का खालसा वाहिगुरू जी की फतेह। ਆਸਟ੍ਰੇਲੀਆ ਦੇ ਵਿੱਚ ਨਾ ਇੱਕ ਤੁਸੀਂ ਆਸਟ੍ਰੇਲੀਆ ਦੀ ਹਿਸਟਰੀ ਪੜ੍ਹਨਾ, ਇਤਿਹਾਸ ਪੜ੍ਹਨਾ ਉੱਥੇ ਦਾ, ਤੇ ਆਸਟ੍ਰੇਲੀਆ ਸਾਨੂੰ ਕੋਈ ਪੁੱਛੇ ਨਾ ਆਸਟ੍ਰੇਲੀਆ ਕਿਹਨਾਂ ਦਾ ਮੁਲਕ ਹੈਗਾ, ਤੇ ਵੀ ਉੱਥੇ ਦੇ ਲੋਕਾਂ ਦੇ ਬਾਰੇ ਕੋਈ ਪੁੱਛੇ ਵੀ ਲੋਕ ਉੱਥੇ ਦੇ ਕਿਹੜੇ ਹੈਗੇ ਨੇ, ਕੌਣ ਹੈਗੇ ਨੇ, ਕਿਸ ਤਰ੍ਹਾਂ ਦੇ ਲੋਕ ਰਹਿੰਦੇ ਨੇ ਉੱਥੇ, ਤੇ ਸਾਨੂੰ ਇਮੀਡੀਏਟ ਇੱਕ ਖਿਆਲ ਆਉਂਦਾ ਕਿ ਵੀ ਆਸਟ੍ਰੇਲੀਆ ਦੇ ਵਿੱਚ ਗੋਰੇ ਲੋਕ ਰਹਿੰਦੇ ਨੇ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਜਾਂ ਕਈ ਕੰਟਰੀਜ਼ ਐਸੀਆਂ ਹੈਗੀਆਂ ਜਿੱਥੇ ਗੋਰੇ ਲੋਕ ਰਹਿੰਦੇ ਨੇ, ਕਈ ਕੰਟਰੀਜ਼ ਐਸੀਆਂ ਹੈਗੀਆਂ ਜਿੱਥੇ ਬਲੈਕ ਪੀਪਲ, ਕਾਲੇ ਲੋਕ ਰਹਿੰਦੇ ਨੇ। ਲੇਕਿਨ ਆਸਟ੍ਰੇਲੀਆ ਦਾ ਇਤਿਹਾਸ ਕਦੀ ਖੋਜ ਕੇ ਦੇਖਣਾ ਕਿ ਆਸਟ੍ਰੇਲੀਆ ਜਿਹੜੀ ਐਸੀ ਕੰਟਰੀ ਹੈ ਜਿਹਦੇ ਮੂਲ ਨਿਵਾਸੀ ਜਿਹਨੂੰ ਅਸੀਂ ਕਹਿੰਦੇ ਆ ਉਹ ਇਹ ਗੋਰੇ ਨਹੀਂ ਹੈਗੇ। ਉੱਥੇ ਦੇ ਜਿਹੜੇ ਮੂਲ ਨਿਵਾਸੀ ਨੇ ਨਾ, ਜਿਹੜੇ ਉੱਥੇ ਦੇ ਜਿਹੜੇ ਪੁਰਾਣੇ ਜਿਹੜੇ ਰਹਿਣ ਵਾਲੇ ਸੀ ਉੱਥੇ ਦੇ ਵਸੋਂ ਵਾਲੇ ਲੋਕ, ਉਹ ਹੈਗੇ ਨੇ ਕਾਲੇ। ਆਸਟ੍ਰੇਲੀਆ ਬੇਸਿਕਲੀ ਇੱਕ ਕਾਲੇ ਲੋਕਾਂ ਦਾ ਮੁਲਕ ਸੀ। ਉਹਨਾਂ ਕਾਲੇ ਲੋਕਾਂ ਦਾ ਨਾਮ ਸੀ ਐਬੋਰੀਜਨਲਸ। ਆਸਟ੍ਰੇਲੀਆ ਦਾ ਇਤਿਹਾਸ ਗੂਗਲ ਤੇ ਖੋਲ ਕੇ ਦੇਖ ਲੈਣਾ, ਜਾਂ ਕਿਤਾਬਾਂ ਲੱਭ ਲੈਣਾ, ਜਾਂ ਕਿਤੇ ਵੀ ਤੁਹਾਨੂੰ ਜੋ ਵੀ ਜਾਣਕਾਰੀ ਜਿਸ ਵੀ ਸੋਰਸ ਤੋਂ ਮਿਲੇ, ਤੇ ਐਬੋਰੀਜਨਲਸ ਨਾਮ ਦੇ ਕੁਝ ਲੋਕ ਜਿਹੜੇ ਨੇ ਉਹ ਕਬੀਲਿਆਂ ਦੇ ਰੂਪ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਸੀ, ਉਹੀ ਉੱਥੇ ਦੇ ਮੂਲ ਨਿਵਾਸੀ ਨੇ। ਅੱਜ ਵੀ ਉਸ ਜਾਤ ਦੇ ਕਹਿ ਲਓ ਜਾਂ ਉਸ ਮੂਲ ਦੇ ਲੋਕ ਅੱਜ ਵੀ ਉੱਥੇ ਮੌਜੂਦ ਨੇ ਕੁਝ ਹੱਦ ਤੱਕ। ਉਹਨਾਂ ਨੂੰ ਬੜੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ, ਤੇ ਲੇਕਿਨ ਅੱਜ ਜਿਹੜੇ ਕਾਬਜ ਨੇ ਉੱਥੇ, ਜਿਨ੍ਹਾਂ ਦਾ ਰਾਜ ਹੈ, ਜੋ ਉੱਥੇ ਦੇ ਮੁਲਕ ਨੂੰ ਚਲਾਉਣ ਵਾਲੇ ਲੋਕ ਨੇ, ਉਹ ਗੋਰੇ ਲੋਕ ਨੇ, ਇਹ ਬ੍ਰਿਟਿਸ਼ਰਸ ਨੇ ਸਾਰੇ। ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਕਿ ਕੰਪੈਰੀਜ਼ਨ ਅਸੀਂ ਆਪਣੇ ਨਾਲ ਕਰਨਾ ਹੈ, ਐਗਜ਼ਾਮਪਲ ਉਹ ਲੈ ਰਹੇ ਹਾਂ। ਬ੍ਰਿਟਿਸ਼ ਲੋਕ ਜਦੋਂ ਆਸਟ੍ਰੇਲੀਆ ਦੇ ਵਿੱਚ ਗਏ, ਆਸਟ੍ਰੇਲੀਆ ਬੜਾ ਖੂਬਸੂਰਤ ਇੱਕ ਮੁਲਕ ਹੈ, ਜਿਹੜੀ ਉੱਥੇ ਦੀ ਨੈਚੁਰਲ ਰਿਸੋਰਸਿਸ ਨੇ ਬਹੁਤ ਜ਼ਿਆਦਾ ਨੇ ਉੱਥੇ, ਤੇ ਉਹਨਾਂ ਰਿਸੋਰਸਿਸ ਦੇ ਕਰਕੇ ਉੱਥੇ ਗਏ, ਉਹਨਾਂ ਨੇ ਖੋਦਿਆ, ਲੁੱਟਿਆ, ਜੋ ਕੁਝ ਵੀ ਕੀਤਾ। ਲੇਕਿਨ ਜਿਹੜੇ ਐਬੋਰੀਜਨਲ ਸੀ ਉਹ ਬੜੇ ਲੜਾਕੇ, ਬੜੇ ਤਾਕਤਵਰ, ਬੜੇ ਯੋਧੇ ਸੀ, ਤੇ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਤੇ ਗੋਰਿਆਂ ਨੂੰ, ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਕਿ ਵੀ ਅਸੀਂ ਇਹਨਾਂ ਦੇ ਨਾਲ ਲੜ ਕੇ ਇਹ ਮੁਲਕ ਨਹੀਂ ਜਿੱਤ ਸਕਦੇ। ਜੇ ਅਸੀਂ ਇਹਨਾਂ ਦਾ ਮੁਕਾਬਲਾ ਕਰਨ ਲੱਗੇ ਤੇ ਇਹ ਇਤਨੇ ਤਾਕਤਵਰ ਨੇ, ਇਤਨੇ ਇਹਨਾਂ ਕੋਲ ਸ਼ਸਤਰ ਵਿਦਿਆ ਹੈ, ਭਾਲੇ ਔਰ ਕਈ ਤਰ੍ਹਾਂ ਦੇ ਉਹਨਾਂ ਨੇ ਪੁਰਾਣੇ ਸ਼ਸਤਰ ਐਸੇ ਬਣਾਏ ਹੋਏ ਸੀ ਕਿ ਉਸ ਇਲਾਕੇ ਦੀ ਫਿਰ ਉਹਨਾਂ ਨੂੰ ਜਾਣਕਾਰੀ ਵੀ ਸੀ, ਤੇ ਜੰਗਲਾਂ ਦੀ, ਤੇ ਉਹਨਾਂ ਜੰਗਲਾਂ ਦੇ ਵਿੱਚ ਗੋਰੀਲਾ ਵਾਰ ਹੋਏ ਜਾਂ ਜਿਸ ਤਰ੍ਹਾਂ ਦੀ ਵੀ ਉਹ ਲੜਾਈ ਹੋਏ, ਔਰ ਉਸ ਜਿਹੜੀ ਤਾਕਤ ਦੇ ਨਾਲ ਉਹ ਲੜਦੇ ਸੀ, ਪਰ ਫਿਰ ਆਪਣੇ ਮੁਲਕ ਨੂੰ, ਆਪਣੇ ਕਲਚਰ ਨੂੰ ਬਚਾਉਣ ਵਾਸਤੇ ਜਿਸ ਢੰਗ ਦੇ ਨਾਲ ਉਹ ਜ਼ੱਦੋ ਜ਼ਹਿਦ ਦੇ ਵਿੱਚ ਆ ਗਏ ਸੀ, ਅੰਗਰੇਜ਼ਾਂ ਨੂੰ ਇਹ ਖੌਫ ਸੀ ਕਿ ਇਹਨਾਂ ਨਾਲ ਅਸੀਂ ਲੜ ਕੇ ਜਿੱਤ ਨਹੀਂ ਸਕਦੇ। ਸੋ ਉਹਨਾਂ ਨੇ आवाज नहीं आ रही बिल्कुल भी। मोहिंदर जी थोड़ी वॉइस क्रैक हो रही है। ਆਪਸੀ ਲੜਾਈ ਜਾਂ ਫੁੱਟ ਪਾਉਣ ਕਰਕੇ ਨਾ ਉਹ ਉਹਨਾਂ ਤੇ ਹੌਲੇ ਹੌਲੇ ਕਰਕੇ ਨਾ ਉਹ ਪੂਰਾ ਜਿਹੜਾ ਹੈ ਉਹਨਾਂ ਨੇ ਆਸਟ੍ਰੇਲੀਆ ਜਿਹੜਾ ਉਹਦੇ ਤੇ ਕਬਜ਼ਾ ਕੀਤਾ, ਔਰ ਅੱਜ ਤੱਕ ਜਿਹੜੇ ਨੇ ਉਹ ਗੋਰੇ ਜਿਹੜੇ ਨੇ ਉਹ ਆਸਟ੍ਰੇਲੀਆ ਦਾ ਰਾਜ ਕਰ ਰਹੇ ਨੇ। ਉਹ ਐਬੋਰੀਜਨਲਸ ਨੂੰ ਥੋੜੇ ਜਿਹੇ ਰਾਈਟਸ ਦਿੱਤੇ ਹੋਏ ਨੇ ਜ਼ਰੂਰ ਉਹਨਾਂ ਨੇ, ਉਹ ਕਿ ਬਈ ਉਹ ਕਈ ਤਰ੍ਹਾਂ, ਜਿਸ ਤਰ੍ਹਾਂ ਸਾਡੇ ਇੱਥੇ ਇੰਡੀਆ ਦੇ ਵਿੱਚ ਜਿਹੜਾ ਜਿਸ ਤਰ੍ਹਾਂ ਦੇ ਰਾਈਟਸ ਨੀਵੀਂ ਜਾਤ ਵਾਲਿਆਂ ਨੂੰ, ਇੱਕ ਸ਼ਡਿਊਲ ਕਾਸਟ ਵਾਲਿਆਂ ਨੂੰ ਜਿਸ ਤਰ੍ਹਾਂ ਦਿੱਤੇ ਜਾਂਦੇ ਨੇ ਨਾ, ਉਸ ਤਰ੍ਹਾਂ ਦੇ ਹੀ ਰਾਈਟਸ ਕੁਝ ਜਿਹੜੇ ਨੇ ਉਹ ਉਹਨਾਂ ਨੂੰ ਵੀ ਦਿੱਤੇ ਹੋਏ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜੋ ਦੂਸਰੇ ਮੁਲਕ ਤੋਂ ਆਉਂਦਾ ਨਾ, ਤੇ ਉਸ ਮੂਲ ਨਿਵਾਸੀਆਂ ਨੂੰ ਇਤਨਾ ਕਮਜ਼ੋਰ ਔਰ ਇਤਨਾ ਬਲਹੀਨ ਔਰ ਇਤਨਾ ਨੀਵੇਂ ਪੱਧਰ ਤੇ ਲਾ ਜਾਂਦਾ ਕਿ ਉਹ ਆਪਣੇ ਆਪ ਨੂੰ ਬੜਾ ਹੀਨ ਭਾਵਨਾ ਦੇ ਵਿੱਚ ਸਮਝਣ ਲੱਗ ਜਾਂਦਾ। ਸੇਮ ਹਾਲਤ ਇੱਥੇ ਦੇ ਮੂਲ ਨਿਵਾਸੀਆਂ ਨਾਲ ਵੀ ਹੋਈ ਹੈ। ਜਿਹੜੇ ਆਰੀਅਨ ਲੋਕ ਆਏ,
ਹਾਲਾਂਕਿ ਕਿਸੇ ਇਲਾਕੇ ਤੋਂ ਸਿੰਧੂ ਨਦੀ ਤੋਂ ਆਏ, ਉਹਨਾਂ ਨੂੰ ਬ੍ਰਾਹਮਣ ਕਿਹਾ ਜਾਂਦਾ। ਉਹ ਆ ਕੇ ਇਸ ਮੁਲਕ ਦੇ ਉੱਤੇ ਕਾਬਜ ਹੋਏ। ਪਖੰਡਵਾਦ, ਆਪਸੀ ਫੁੱਟ ਔਰ ਬੜਾ ਕੁਝ, ਬੜੇ ਪੁਰਾਣਾ ਇਤਿਹਾਸ ਹੈ, ਅਸੀਂ ਇਹਨੂੰ ਲੱਭਾਂਗੇ ਤਾਂ ਸਾਨੂੰ ਪਤਾ ਲੱਗੇਗਾ। ਤੇ ਮਾਨਸਿਕ ਤੌਰ ਤੇ ਜਿਹੜਾ ਹੈ ਉਹ ਗੁਲਾਮ ਕੀਤਾ, ਹਾਲਾਂਕਿ ਲੜ ਕੇ ਉਹ ਗੁਲਾਮ ਨਹੀਂ ਕੀਤਾ ਜਾ ਸਕਦਾ ਸੀ, ਲੇਕਿਨ ਮਾਨਸਿਕ ਤੌਰ ਤੇ ਜਿਹੜਾ ਹੈ ਉਹ ਇਸ ਦੇਸ਼ ਦੇ ਲੋਕਾਂ ਦੇ ਜਿਹੜੇ ਮੂਲ ਨਿਵਾਸੀ ਸੀ ਉਹਨਾਂ ਨੂੰ ਗੁਲਾਮ ਕੀਤਾ ਗਿਆ। ਔਰ ਉਸ ਤੋਂ ਬਾਅਦ ਜਿਹੜਾ ਹੈ ਇਤਨੇ ਕਮਜ਼ੋਰ ਹੋ ਗਏ ਇਸ ਮੁਲਕ ਦੇ ਲੋਕ ਕਿ ਉਸ ਤੋਂ ਬਾਅਦ ਤੇ ਹਮਲਾਵਰਾਂ ਦੀ ਜਿਹੜੀ ਹੈ ਉਹ ਲਾਈਨ ਲੱਗੀ ਹੋਈ ਹੈ, ਅੱਜ ਤੱਕ ਜਿਹੜਾ ਹੈ ਉਹ ਖਤਮ ਨਹੀਂ ਹੋਏ ਉਹ ਹਮਲਾਵਰ ਆਣੇ। ਸੋ ਇੱਥੇ ਅਬਦਾਲੀ ਆਏ, ਪਠਾਨ, ਮੁਗਲ ਆ ਗਏ, ਉਸ ਤੋਂ ਬਾਅਦ ਫਰਾਂਸ ਦੇ ਲੋਕੀ ਵੀ ਆਏ, ਖਿਲਜੀ ਆ ਗਿਆ, ਉਸ ਤੋਂ ਬਾਅਦ ਲੋਧੀ, ਤੁਰਕ, ਅੰਗਰੇਜ਼, ਲੈਣ ਲੱਗੀ ਵੀ ਹੈ ਹੁਣ ਚਾਈਨੀਜ਼। ਮਤਲਬ ਕਈ ਹਜ਼ਾਰਾਂ ਸਾਲਾਂ ਤੋਂ ਇਸ ਮੁਲਕ ਦੇ ਉੱਤੇ ਬਾਹਰੋਂ ਆ ਕੇ ਹਮਲਾ ਕਰ ਰਹੇ ਨੇ, ਔਰ ਇੱਥੇ ਦੇ ਲੋਕਾਂ ਦੀ ਇਤਨੀ ਦਮ, ਇਤਨਾ ਤਾਕਤ, ਇਤਨੀ ਜ਼ਰੂਰਤ ਨਹੀਂ ਹੈ ਕਿ ਉਹ ਉਹਨਾਂ ਦਾ ਮੁਕਾਬਲਾ ਕਰ ਸਕਣ ਕਿਸੇ ਵੀ ਤਰੀਕੇ, ਕਿਉਂਕਿ ਮਾਨਸਿਕ ਤੌਰ ਤੇ ਇਤਨਾ ਜ਼ਿਆਦਾ ਜਿਹੜਾ ਹੈ ਉਹ ਕਮਜ਼ੋਰ ਕਰ ਦਿੱਤਾ ਗਿਆ। ਅੱਜ ਵੀ ਉਹੀ ਹਾਲਤ ਹੈ। ਸੋ ਸਭ ਤੋਂ ਜ਼ਿਆਦਾ ਜਿਹੜਾ ਨਾ ਉਹ ਜਿਸ ਤਰ੍ਹਾਂ ਉਹ ਐਬੋਰੀਜਨਲਸ, ਅਸੀਂ ਜਿਹੜੇ ਆਸਟ੍ਰੇਲੀਅਨ ਜਿਹੜੇ ਗੁਲਾਮ ਬੜੇ ਨਾ, ਸੇਮ ਉਹੀ ਹਾਲਤ ਸਾਡੇ ਲੋਕਾਂ ਦੀ ਹੈ। 230 ਸਾਲ ਦਾ ਟਾਈਮ ਲਗਾਇਆ ਸੀ ਗੁਰੂ ਸਾਹਿਬਾਂ ਨੇ ਉਸ ਗੁਲਾਮੀ ਤੋਂ ਕੱਢਣ ਵਾਸਤੇ, ਔਰ ਬਹੁਤ ਹੱਦ ਤੱਕ ਉਹ ਕਾਮਯਾਬ ਵੀ ਹੋਏ। ਜਿਹੜੇ ਇੱਥੇ ਦੇ ਗੁਲਾਮ ਲੋਕ ਸੀ, ਜਿਹੜੇ ਕਿ ਹਮਲਾਵਰ ਆਂਦੇ ਸੀ, ਹਮਲਾਵਰਾਂ ਦੇ ਅਗੇਂਸਟ ਖੜੇ ਹੋਣ ਦੀ ਵੀ ਤਾਕਤ ਨਹੀਂ ਸੀ ਹੈਗੀ ਉਹਨਾਂ ਦੇ ਅੱਗੇ, ਕੁਝ ਮਤਲਬ ਉਹਨਾਂ ਦੇ ਅਗੇਂਸਟ ਲੜਨਾ ਤੇ ਬਹੁਤ ਦੂਰ ਹੈ, ਉਹਨਾਂ ਦੇ ਖਿਲਾਫ ਕੁਝ ਬੋਲਣ ਦੀ ਵੀ ਤਾਕਤ ਨਹੀਂ ਰੱਖਦੇ ਸੀ। ਉਹ ਜਿਹੜੇ ਮੂਲ ਨਿਵਾਸੀ ਸੀ ਉਹਨਾਂ ਨੇ ਕਿੱਥੇ ਉਹ ਜਾ ਕੇ ਖੈਬਰ ਦੇ ਜਾ ਕੇ ਐਸਾ ਦਰਰਾ ਬੰਦ ਕੀਤਾ, ਅੱਜ ਤੱਕ ਉੱਥੇ ਦਾ ਖੌਫ ਅੱਜ ਵੀ ਉੱਥੇ ਦਾ ਹੈਗਾ, ਖੌਫ ਖਾਂਦੇ ਨੇ ਅੱਜ ਵੀ ਉੱਥੇ ਦੇ ਲੋਕ। ਤੇ ਉਹ 200-250 ਸਾਲ ਦਾ ਜਿਹੜਾ ਟਾਈਮ ਸੀ ਉਹ ਜਿਹੜਾ ਲਗਾ ਕੇ ਗੁਰੂ ਸਾਹਿਬਾਂ ਨੇ ਕੱਢਿਆ, ਲੇਕਿਨ ਜਿਉਂ ਹੀ ਜਿਹੜਾ ਉਹ ਥੋੜਾ ਉਹ ਮੁਹਿੰਮ ਜਿਹੜੀ ਹੈ ਕਮਜ਼ੋਰ ਹੋਈ ਤੇ ਉਹ ਜਿਹੜਾ ਬ੍ਰਾਹਮਣਵਾਦ ਸੀ ਜਾਂ ਉਹ ਜਿਹੜਾ ਇੱਕ ਮਾਨਸਿਕ ਗੁਲਾਮੀ ਦਾ ਸੀ, ਉਹਨੂੰ ਕਹਿ ਦਿੰਦੇ ਆ, ਉਹ ਮਾਨਸਿਕ ਗੁਲਾਮੀ ਦੀ ਜਿਹੜੀ ਇੱਕ ਜੰਜੀਰਾਂ ਸੀ ਉਹ ਫਿਰ ਦੁਬਾਰਾ ਸਾਡੇ ਤੇ ਆ ਕੇ ਜਕੜ ਗਈ। ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਗੁਰੂ ਸਾਹਿਬ ਨੇ ਕਈ ਪਖੰਡ ਤੇ ਜਿਹੜੀ ਸੱਟ ਮਾਰੀ ਹੋਈ ਹੈ, ਚੋਟ ਕੀਤੀ ਹੋਈ ਹੈ, ਲੇਕਿਨ ਜਿਹੜਾ ਸਭ ਤੋਂ ਜ਼ਿਆਦਾ ਸ਼ਬਦ ਜਿਹੜੇ ਨੇ ਉਹ ਤੁਹਾਨੂੰ ਬ੍ਰਾਹਮਣਵਾਦ ਤੇ ਪਖੰਡਵਾਦ ਤੇ ਮਿਲਣਗੇ। ਕਾਜ਼ੀ ਮੁੱਲਾ ਦੇ ਵੀ ਮਿਲਦੇ ਨੇ, ਜੋਗੀਆਂ ਦੇ ਵੀ ਮਿਲਦੇ ਨੇ, ਹੋਰ ਵੀ ਜਿਤਨੇ ਵੀ ਸਮਾਜ ਦੇ ਵਿੱਚ ਬੁਰਾਈਆਂ ਤਰੁੱਟੀਆਂ ਸੀ ਉਹਨਾਂ ਦੇ ਵਿੱਚ ਮਿਲਦੇ, ਲੇਕਿਨ ਇਹ ਜਿਹੜਾ ਪਖੰਡਵਾਦ ਸੀ ਨਾ ਬ੍ਰਾਹਮਣਵਾਦ ਦਾ, ਇਹਦੇ ਤੇ ਸਭ ਤੋਂ ਜ਼ਿਆਦਾ ਸ਼ਬਦ, ਸਭ ਤੋਂ ਜ਼ਿਆਦਾ ਚੋਟ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਾਨੂੰ ਮਿਲਦੀ ਹੈ। ਤਾਂ ਉਹ ਜਿਹੜੀਆਂ ਗੁਰੂ ਸਾਹਿਬ ਦੇ ਬਾਅਦ ਜਿਹੜਾ ਮੁਹਿੰਮ ਜਿਹੜੀ ਹੈ ਉਹ ਸਲੋ ਹੋਈ, ਜਾਂ ਉਹਦੇ ਵਿੱਚ ਕਈ ਉਣਤਾਈਆਂ ਆਈਆਂ, ਕਈ ਕਮਜ਼ੋਰੀਆਂ ਆਈਆਂ, ਉਸ ਕਮਜ਼ੋਰੀ ਦਾ ਫਾਇਦਾ ਚੁੱਕ ਕੇ ਹੀ ਜਿਹੜਾ ਹੈ ਉਹ ਫਿਰ ਜਿਹੜੀਆਂ ਮਰਿਆਦਾ ਦੇ ਨਾਮ ਤੇ, ਪਰੰਪਰਾਵਾਂ ਦੇ ਨਾਮ ਤੇ ਹੋਰ ਬੜੀਆਂ ਸਾਰੀ ਚੀਜ਼ਾਂ ਜਿਹੜੀਆਂ ਨਾ ਉਹ ਸਾਡੇ ਤੇ ਥੋਪ ਦਿੱਤੀਆਂ ਗਈਆਂ। ਉਹਨਾਂ ਹੀ ਮਰਿਆਦਾ, ਉਹਨਾਂ ਹੀ ਜਿਹੜੀਆਂ ਪਰੰਪਰਾਵਾਂ, ਉਹਨਾਂ ਹੀ ਜਿਹੜੇ ਪਖੰਡਵਾਦ ਦੀ ਜਿਹੜੀਆਂ ਚੀਜ਼ਾਂ ਸੀ ਨਾ, ਉਹਨਾਂ ਦੇ ਵਿੱਚੋਂ ਹੀ ਇਹ ਇੱਕ ਚੀਜ਼ ਸੀ ਅਖੰਡ ਪਾਠ। ਸਾਰੀ ਜਿਹੜੀ ਫੈਸਲਾ ਅੱਜ ਗੱਲਬਾਤ ਕਰਾਂਗੇ ਨਾ ਗੁਰਬਾਣੀ ਦੇ ਆਧਾਰ ਤੇ ਹੀ ਕਰਾਂਗੇ। ਕੋਸ਼ਿਸ਼ ਕਰਨਾ ਤੁਸੀਂ ਉਸ ਗੱਲ ਨੂੰ ਥੋੜਾ ਸੁਣਨ ਦੀ, ਤਾਂ ਕਿ ਜਿਹੜੀ ਹੈ ਗੱਲ ਅਸੀਂ ਸਿਰੇ ਤੱਕ ਪਹੁੰਚ ਸਕੀਏ। ਤਾਂ ਕਿ ਕਈ ਵਾਰੀ ਨਾ ਗੱਲ ਅਖੰਡ ਪਾਠ ਦਾ ਨਾਮ ਸੁਣਦੇ ਇੱਕ ਵਾਰੀ ਕੋਸ਼ਿਸ਼ ਨਹੀਂ ਹੁੰਦੀ ਹੈ ਕਿ ਇੰਨੇ ਸਾਲ ਤੋਂ ਹੁੰਦਾ ਆ ਰਿਹਾ, ਇੰਨੇ ਸਾਲ ਤੋਂ ਕਰਦੇ ਆ ਰਹੇ ਆ, ਤੇ ਕਿਹੜੀ ਨਵੀਂ ਚੀਜ਼ ਆ ਗਈ। ਗੁਰੂ ਅਰਜਨ ਪਾਤਸ਼ਾਹ ਜੀ ਸ਼ਹੀਦੀ ਹੋਈ ਜਿਸ ਵਕਤ, ਉਸ ਵਕਤ ਆਦ ਗੁਰੂ ਗ੍ਰੰਥ ਸਾਹਿਬ ਦੀ ਭੀੜ ਤਿਆਰ ਸੀ, ਸਾਰਿਆਂ ਨੂੰ ਪਤਾ ਹੈ, ਇਹਦੇ ਚ ਕੋਈ ਡਾਊਟ, ਕੋਈ ਦੋਰਾਇਆ ਨਹੀਂ, ਕੋਈ ਭੁਲੇਖਾ ਨਹੀਂ ਹੈ ਕਿਸੇ ਨੂੰ। ਔਰ ਉਹ ਆਦ ਗੁਰੂ ਗ੍ਰੰਥ ਸਾਹਿਬ ਦੀ ਭੀੜ ਜਿਹੜੀ ਹੈ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਉਹ ਸੌਂਪ ਕੇ ਗਏ ਸੀ। ਯਾਨੀ ਕਿ ਗੁਰੂ ਅਰਜਨ ਪਾਤਸ਼ਾਹ ਦੀ ਜਦੋਂ ਸ਼ਹੀਦੀ ਹੋਈ, ਗੁਰੂ ਹਰਗੋਬਿੰਦ ਸਾਹਿਬ ਕੋਲੋਂ ਉਹ ਆਦ ਗੁਰੂ ਗ੍ਰੰਥ ਸਾਹਿਬ ਦੀ ਭੀੜ ਮੌਜੂਦ ਸੀ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ।
पर किते भी इतिहास दे विच सानू यह नहीं मिलता कि गुरु अर्जन पातशाह की शहीदी हुई ते गुरु हरगोबिंद साहब ने अखंड पाठ कराया होया गुरु साहब की याद दे विच। इतिहास दे विच एक भी किते भी कोई जिक्र नहीं मिलता। सिर्फ वो शहीदी की गल नहीं चल रही, उस गुरु अर्जन पातशाह की शहीदी तो बाद गुरु गोबिंद सिंह साहब तक गुरु पातशाह दे गुरु साहबां दे टाइम पीरियड की गल कर रहे हैं। सारे गुरु साहबां नूं गुरता गद्दी मिली है, गुरु ग्रंथ साहब की भीड़ मौजूद सी। किते भी गुरु ग्रंथ साहब की जिहड़ी भीड़ का अखंड पाठ का इतिहास दे विच किते भी जिक्र नहीं मिलता। किते गुरता गद्दी मिली होए उस खुशी के उपलक्ष दे विच उस शुकराने के मौके ते गुरु ग्रंथ साहब की बाणी का अखंड पाठ किया होए किसी गुरु साहब ने करवाया। इस तो अलावा ज्योति जोत समाए गुरु साहब, किते भी सानू इतिहास जिक्र नहीं मिलता कि ज्योति जोत समान तो बाद किसी गुरु साहब ने उन्होंने बाद दे या सिंह संगतां ने अखंड पाठ रखवाया होया। इस तो अलावा जिहड़ा है कितने मौके होर आए होणगे गुरु साहबां दे घर दे विच उन्हां दे आनंद कारज भी होए, उन्हां दे बच्चियां दे आनंद कारज भी होए, या होर भी ऐसे कई मौके आए होणगे। इस तो बाद गुरु तेग बहादुर साहब की शहीदी भी हुई। मतलब कई मौके गुरु काल दे विच ही सानू मिलते हैं, लेकिन एक भी एग्जाम्पल एक भी ऐसा मौका इतिहास दे विच किते भी जिक्र नहीं मिलता कि गुरु साहब वालों किते भी अखंड पाठ जिहड़ा है वो करवाया गया होए। जिहड़ा तरीका असीं देखदे हां घरां दे विच असीं करदे हां, हुणे गल कर रहे सी इंद्रपाल सिंह जी कि रहाओ जिहड़ा है असीं ध्यान च रखदे हां, श्लोक नूं भी रहाओ नूं, ते रहाओ जिहड़ा है हर एक शब्द दा रहाओ जिहड़ा है बड़ा इंपॉर्टेंट हुंदा है। सारी शब्द की जिस जिहड़ी है वो रहाओ दे पदे दे च हुंदी है। रहाओ दा मतलब ही हुंदा रुको, ठहरो, विचारो। पूरे गुरु ग्रंथ साहब दे विच 2685 2685 टाइम्स रहाओ लिखा होया। क्या अखंड पाठ करते वक्त यह पॉसीबल है कि रहाओ दे पदे ते रुक के उहदी विचार करके उन्होंने दोबारा उहदे ते गौर किया जाए? पॉसीबल हुंदा ही इस तरह प्रैक्टिकली किते नजर आंदा सानू? फिर रहाओ दा लफ्जां दा की मायना की है? गुरु ग्रंथ साहब का सिद्धांत जिहड़ा हैगा वो है कहो नानक बिन आपा चीने मिटे ना भ्रम की काई। जब तक आपा नहीं चीनदा, चीनदा मतलब आपा चीनना मतलब अपने आप दी विचार नहीं करता। हर एक जगह ते सानू विचार लिखिया सानू मिलता है, हर एक पेज दे उत्ते। गुरु ग्रंथ साहब का कोई भी पेज ऐसा नहीं होएगा, शायद कोई एक अद्धा होए तो मेरे ध्यान च नहीं हैगा, लेकिन तुसी सारा पेज खोल के देखना, एक एक पेज उत्ते पूरे पेज दे किते ना किते एक लफ्ज सानू विचार जरूर मिलता है। इतनी इंपॉर्टेंस जिहड़ी है वो विचार नूं दित्ती हुई है। लेकिन असी क्या अखंड पाठ करते वक्त यह पॉसिबिलिटी है कि विचार हो सके? फिर गुरबाणी का सिद्धांत पढ़े नाही भेत बुझिए पावना। बुझिए हुंदा बुझना हुंदा विचों उहदी तत्व दा बुझना। क्या यह पॉसिबल हुंदा तुहाडे वास्ते? गुरबाणी कहती है आपन हथी अपना आपे ही काज सवारीए। कि जदों भाई साहब बाहरों 5 पाठी या 7 पाठी बुला के असीं बाहरों उन्होंने किसी भी तरीके उन्होंने सेवा करके या जिस तरह भी उन्होंने जो उत्थे दा चार्जिज है या उन्होंने सेवा हैगी, जो भी उन्होंने तय है एक रकम गुरुद्वारे की या संस्था की, वो तय रकम दे के असीं उन्होंने बुला के असीं घर बुलंद पाठ उन्होंने कोलों करवा लैंदे आ। ते अपन हथी अपना आपे ही काज सवारीए दी पंक्ति कित्थे सानू फिट बैठदी है। हुण गुरबाणी का जिहड़ा एग्जाम्पल असीं लै रहे, गुरबाणी कहते पंडित वाचै पोथियां ना बूझै ना विचार। हरप्रीत सिंह जी अगर तुसीं पंक्ति कड्डो ते हाँ जी, पंडित वाचै पोथियां ना बूझै विचार, अन को मती दे चलै
माया का व्यापार। कथनी झूठी जग पवै, रहनी शब्द न सार। इस तो स्पष्ट उपदेश, इस तो स्पष्ट क्लैरिटी जिहड़ी है वो किथे सानू मिल सकती है? पंक्ति साडे सामने एक मिनट आ जाएगी। सो सारी जिहड़ी गल असी कोशिश करांगे गुरबाणी दे आधार दे उत्ते ही असी करिए। पंडित वाचै पोथियां, ना बूझै विचार। अनको मत्ती दे चलै, माया का व्यापार। कथनी झूठी जग पवै, रहनी शब्द ना सार। यानी कि शब्द दे सार दा नहीं पता और सारा माया दा व्यापार। सो कहण तो भाव है कि इस ढंग दे नाल जिन्हों असी क्योंकि जदों इतिहास असी पढ़ते हैं ना, ਜਦੋਂ ਜੰਗਲਾਂ ਦੇ ਵਿੱਚ ਜਾਣਾ ਪਿਆ ਗੁਰੂ ਸਾਹਿਬ ਸਿੱਖਾਂ ਨੂੰ, ਔਰ ਗੁਰਦੁਆਰੇ ਗੁਰਧਾਮ ਜਾਂ ਜਿਹੜੇ ਸਥਾਨ ਜਿਹੜੇ ਬਣੇ ਹੋਏ ਸੀ, ਜਿਹੜੇ ਵੀ ਯਾਦਗਾਰ ਕਹਿ ਲੋ ਜਾਂ ਜੋ ਵੀ ਇਤਿਹਾਸਿਕ ਸਥਾਨ ਜੋ ਥੋੜੇ ਬਹੁਤ ਸੀ, ਉਹਦੇ ਤੇ ਜਿਨ੍ਹਾਂ ਦਾ ਕਬਜ਼ਾ ਰਿਹਾ ਨਾ, ਉਹ ਸਮਝੋ ਕਿ ਇੱਕ ਪਗੜੀ ਧਾਰੀ ਪੰਡਤ ਜਿਹੜੇ ਜਾਂ ਬ੍ਰਾਹਮਣ ਉਹ ਆ ਕੇ ਬੈਠੇ ਉੱਥੇ। ਔਰ ਅਸੀਂ ਸਾਰੇ ਇਤਿਹਾਸ ਨੂੰ ਜਾਣਦੇ ਹਾਂ, ਦਰਬਾਰ ਸਾਹਿਬ ਦੇ ਵਿੱਚ ਵੀ ਮੂਰਤੀਆਂ ਲੱਗ ਗਈਆਂ ਸੀ। ਨਨਕਾਣਾ ਸਾਹਿਬ ਦੇ ਵਿੱਚ ਜੂਆ ਖੇਡਿਆ ਜਾਂਦਾ ਸੀ ਉੱਥੇ ਦੇ ਅੰਦਰ। ਇਤਿਹਾਸ ਪੜ੍ਹ ਕੇ ਦੇਖ ਲੈਣਾ। ਤੇ ਅਸੀਂ ਕੀ ਉਮੀਦ ਕਰਦੇ ਹਾਂ ਕਿ ਇਸ ਮੌਕੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਉਸ ਵੇਲੇ ਉਸ ਟਾਈਮ ਪੀਰੀਅਡ ਦੇ ਵਿੱਚ ਸਾਡੇ ਅੱਛੇ ਐਂਟਰ ਨਹੀਂ ਹੋਈਆਂ। ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ, ਬੜੇ ਬੜੇ ਉਹਦੇ ਵਿੱਚ ਮਹਾਨ ਯੋਧੇ ਕਹਿ ਲਓ ਜਾਂ ਇੱਕ ਬੜੇ ਵੱਡੇ ਸਕਾਲਰ ਸੀ ਜਿਹੜੇ ਵਿਦਵਾਨ, ਉਹਨਾਂ ਲੋਕਾਂ ਨੇ ਇਸ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ। ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ, ਆਪਣੇ ਜਿਹੜੇ ਉਹਦੇ ਤੇ ਕਬਜ਼ਾ ਲਿਆ, ਆਪਣਾ ਸਭ ਕੁਝ ਕੀਤਾ। ਲੇਕਿਨ ਇੱਕ ਉਹ ਜਿਹੜੀ ਪ੍ਰੋਸੈਸ ਜਿਹੜਾ ਸੀ ਉਹ ਅੱਗੇ ਚ ਵਧਣਾ ਚਾਹੀਦਾ ਸੀ। ਉਹ ਇਹ ਸੀ ਕਿ ਜਿਹੜੀਆਂ ਕਮਜ਼ੋਰੀਆਂ, ਜਿਹੜੇ ਪਰੰਪਰਾਵਾਂ, ਜਿਹੜੀਆਂ ਗਲਤ ਚੀਜ਼ਾਂ ਅੰਦਰ ਵੜ ਚੁੱਕੀਆਂ ਸੀ, ਕਬਜ਼ੇ ਦੇ ਨਾਲ ਨਾਲ ਉਹ ਚੀਜ਼ਾਂ ਵੀ ਕੱਢਣੀਆਂ ਚਾਹੀਦੀਆਂ ਸੀ। ਲੇਕਿਨ ਉਹ ਮੁਹਿੰਮ ਜਿਹੜੀ ਹੈ ਉਹ ਇੱਥੇ ਜਾ ਕੇ ਰੁਕ ਗਈ। ਗੁਰਦੁਆਰੇ ਦੇ ਆਪਣੇ ਕਬਜ਼ੇ ਚ ਆ ਗਏ, ਲੇਕਿਨ ਅੰਦਰ ਜਿਹੜੀਆਂ ਬੁਰਾਈਆਂ, ਜਿਹੜੀਆਂ ਕਮਜ਼ੋਰੀਆਂ, ਜਿਹੜੇ ਪਖੰਡ ਅੰਦਰ ਵੜ ਚੁੱਕੇ ਸੀ, ਉਹ ਉਸ ਤਰ੍ਹਾਂ ਹੀ ਚੱਲਦਾ ਰਿਹਾ। ਉਹ ਜਿਹੜਾ ਹੈ ਪੀੜੀ ਦਰ ਪੀੜੀ ਚੱਲਦੀ ਰਹੀ ਤੇ ਉਹਨੂੰ ਅਸੀਂ ਆਪਣਾ ਹੀ ਇੱਕ ਪਾਰਟ ਸਮਝ ਲਿਆ। ਤਾਂ ਇਹ ਇਸ ਤਰ੍ਹਾਂ ਹੀ ਹੈ ਜਿਹੜਾ ਅੱਜ ਤੱਕ ਜਿਹੜਾ ਚੱਲਦਾ ਆ ਰਿਹਾ। ਸੋ ਗੁਰਬਾਣੀ ਕਹਿੰਦੀ ਹੈ, ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਮਤਲਬ ਦੇਖਾ ਦੇਖੀ ਜਿਹੜੇ ਨਾ ਸਭ ਕੁਝ ਸਾਰੇ ਲੋਕੀ ਕਰਦੇ ਰਹਿੰਦੇ ਨੇ। ਕਦੀ ਅਸੀਂ ਗੁਰਬਾਣੀ ਦੇ ਆਧਾਰ ਦੇ ਉੱਤੇ ਅਸੀਂ ਪਰਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜੋ ਅਸੀਂ ਕਰ ਰਹੇ ਹਾਂ ਇਹ ਗੁਰਬਾਣੀ ਦੇ ਵਿੱਚ ਵੀ ਕਿਤੇ ਉਹਦੀ ਮਾਨਤਾ ਹੈ, ਕਿਤੇ ਇਹ ਸਾਡੇ ਵਿੱਚ ਪਖੰਡ ਤੇ ਨਹੀਂ ਵੜ ਗਿਆ, ਕਿਤੇ ਸਾਡੇ ਵਿੱਚ ਕਿਸੇ ਹੋਰ ਵੱਲੋਂ ਕੋਈ ਐਸੀ ਚੀਜ਼ ਥੋਪੀ ਤੇ ਨਹੀਂ ਜਾ ਰਹੀ, ਕਿਤੇ ਅਸੀਂ ਮਾਨਸਿਕ ਤੌਰ ਤੇ ਗੁਲਾਮ ਤੇ ਨਹੀਂ ਬਣ ਰਹੇ। ਅਸੀਂ ਕਦੀ ਉਹ ਚੀਜ਼ ਸੋਚੀ ਨਹੀਂ। ਸਿਰਫ ਅਸੀਂ ਇਹ ਦੇਖਿਆ ਕਿ ਸਾਡੇ ਜਿਹੜੇ ਨੇ ਵੱਡੇ ਬਜ਼ੁਰਗ ਕੀ ਕਰਦੇ ਆ ਰਹੇ ਨੇ, ਸਾਡੀ ਪਿੱਛੋਂ ਪੀੜੀ ਦਰ ਪੀੜੀ ਕੀ ਚੱਲਦਾ ਆ ਰਿਹਾ। ਅਸੀਂ ਗੁਰਬਾਣੀ ਦੇ ਸਿਧਾਂਤਾਂ ਨੂੰ ਕਦੀ ਸਮਝਣ ਦੀ, ਪਰਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੋ ਦੇਖਾ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਸੇਵ ਪਈ ਤਿਨ ਥਾਏ। ਹਰ ਗੁਣ ਗਾਵੈ ਹਰ ਨਿਤ ਪੜੈ, हर गुण गाए समाए। नानक तिन की बाणी सदा सच है, जे नाम रहे लिवलाए। इतना क्लियर मैसेज इतनी आराम नाल असी पढ़ के समझ सकते हैं कि देखा देखी करन नूं गुरु साहब कितनी जिहड़ी आ उहनूं कटाक्ष कर रहे हैं कि जिहड़ा भी काम कर रहे हैं उहनूं सोच समझ, ऐ नहीं कि वह फलाना कर रहा तो मैं भी करी जावां, उन्हें कीता तो मैं भी करा। बस इस तरह ना कर। पहले हर काम तो करन तो पहले सोच समझ देख परख कि क्या यह गुरमत है, क्या यह मेरे फायदे वास्ते है, क्या ये विच किते कोई लाहा है या कोई ये सच की गल मिलती है।
लेकिन ਅਸੀਂ ਜਿਹੜੇ ਖਾਣਾ ਪੂਰਤੀ ਕਰਨ ਵਾਸਤੇ ਜਾਂ ਲੋਕਾਂ ਦੇ ਜੋ ਸੁਣਦੇ ਸਮਝਦੇ ਆ ਰਹੇ ਹਾਂ, ਜੋ ਸਾਨੂੰ ਪਰੰਪਰਾਵਾਂ ਦੇ ਨਾਮ ਦੇ ਉੱਤੇ ਸਾਨੂੰ ਦੱਸਿਆ ਗਿਆ, ਉਹ ਅਸੀਂ ਕਰਦੇ ਆ ਰਹੇ ਹਾਂ, ਕਰਦੇ ਹੀ ਚਲੇ ਜਾ ਰਹੇ ਹਾਂ। ਇਤਨਾ ਵੱਡਾ ਇਹ ਜਾਲ ਹੈ ਬੁਣਿਆ ਹੋਇਆ ਸਾਡੇ ਆਸੇ-ਪਾਸੇ, ਸਾਨੂੰ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਪਖੰਡਵਾਦ ਦਾ, ਪੁਜਾਰੀਵਾਦ ਦਾ ਜਾਲ ਬਹੁਤ ਵੱਡਾ ਹੈ। ਉਹਦੇ ਵਿੱਚੋਂ ਅਸੀਂ ਇੱਕ ਪਾਰਟ, ਇੱਕ ਛੋਟਾ ਜਿਹਾ ਕਿਣਕਾ ਇਹ ਸਮਝ ਲਓ, ਇੱਕ ਪਾਰਟ ਦੀ ਗੱਲ ਕਰ ਰਹੇ ਹਾਂ ਅਸੀਂ, ਸਿਰਫ ਇੱਕ ਹਿੱਸੇ ਦੀ, ਅਖੰਡ ਪਾਠ ਦੀ। ਹੈ ਤੇ ਬਹੁਤ ਵੱਡਾ ਜਾਲ, ਬਹੁਤ ਵੱਡਾ, ਲੇਕਿਨ ਸਿਰਫ ਅਖੰਡ ਪਾਠ ਦੀ ਜਿਹੜੀ ਜਾਲ ਦੀ ਅਸੀਂ ਗੱਲ ਕਰੀਏ, ਜਿਹੜੀ ਕਿਸ ਢੰਗ ਨਾਲ ਫੈਲਿਆ ਹੋਇਆ ਹੈ, ਅਸੀਂ ਸੁਣ ਕੇ ਹੈਰਾਨ ਹੋ ਜਾਵਾਂਗੇ। ਸਾਨੂੰ ਸ਼ਾਇਦ ਅੰਦਾਜ਼ਾ ਵੀ ਨਾ ਹੋਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲ ਪਹਿਲੇ ਇੱਕ ਐਲਾਨ ਕੀਤਾ ਸੀ ਕਿ ਉਹ 50 ਕਮਰੇ ਬਣਾਏ ਜਾ ਰਹੇ ਨੇ ਉਹਨਾਂ ਵੱਲੋਂ, ਏਸੀ ਕਮਰੇ, ਜਿਹਦੇ ਵਿੱਚ 24 ਘੰਟੇ ਅਖੰਡ ਪਾਠ ਚੱਲਿਆ ਕਰੇਗਾ। ਔਰ ਉਹ ਕਮਰੇ ਬਣ ਕੇ ਤਿਆਰ ਵੀ ਨਹੀਂ ਸੀ ਹੋਏ ਤੇ ਉਹਨਾਂ ਵੱਲੋਂ ਇੱਕ ਅਨਾਉਂਸਮੈਂਟ ਹੋਈ ਕਿ ਸਾਡੇ ਕੋਲ 12 ਸਾਲ ਦੀ ਬੁਕਿੰਗ ਹੋ ਗਈ ਹੈ। क्या कमाल दी चीज है। 12 साल दी विदेशों तो देशों तो लोगों ने बुकिंग कर दी सी कि साडे अखंड पाठ जिहड़े ने इन्हां कमरिਆਂ ਦੇ ਵਿੱਚ रखाए जाण। ਅਸੀਂ अंदाजा भी नहीं लगा सकते। हजूर साहब ਦੇ ਵਿੱਚ ਇੱਕ ਪੱਤਰਿਕਾ ਛਪਦੀ ਹੈ, ਉਹਨੂੰ ਤੁਸੀਂ ਸਰਚ ਕਰਕੇ ਦੇਖ ਲੈਣਾ, ਮੰਗਵਾ ਲੈਣਾ ਕਿਸੇ ਕੋਲੋਂ, ਕਈਆਂ ਨੂੰ ਪਤਾ ਵੀ ਹੋਏਗਾ। ਉਹਦਾ ਨਾਮ ਹੈ ਸੱਚਖੰਡ ਪੱਤਰਿਕਾ। ਉਸ ਪੱਤਰਿਕਾ ਦੇ ਵਿੱਚ ਮਹੱਤਤਾ ਦੇ ਹਿਸਾਬ ਨਾਲ ਇਸ਼ਤਿਹਾਰ ਛਪਦਾ ਹੈ ਕਿ ਤੁਹਾਨੂੰ ਕਿਹੜੀ ਮਹੱਤਤਾ ਦਾ, ਕਿਹੜੇ ਕੁਆਲਿਟੀ ਦਾ ਜਿਹੜਾ ਅਖੰਡ ਪਾਠ ਕਰਾਉਣਾ ਤੇ ਤੁਸੀਂ ਦੱਸੋ। ਉਹਦੇ ਵਿੱਚ ਸਧਾਰਨ ਪਾਠ ਔਰ ਹਰ ਇੱਕ ਪਾਠ ਦਾ ਅਲੱਗ-ਅਲੱਗ ਰੇਟ ਹੈ, ਅਲੱਗ-ਅਲੱਗ ਕੀਮਤ ਹੈ। ਸਧਾਰਨ ਪਾਠ, ਅਖੰਡ ਪਾਠ, ਸੰਪਟ ਪਾਠ, ਵਿਧੀ ਪਾਠ, ਇੱਛਾ ਪੂਰਕ ਪਾਠ, ਇਸ ਕਈ ਤਰ੍ਹਾਂ ਦੇ ਪਾਠ ਨੇ। ਉਹਦੇ ਵਿੱਚ ਤੁਸੀਂ ਕਿਹੜਾ ਕਰਵਾਉਣਾ ਚਾਹੁੰਦੇ ਹੋ, ਤੁਹਾਡੀ ਕੀ ਕੈਪੈਸਿਟੀ ਹੈ, ਤੁਸੀਂ ਕਿੰਨੇ ਪੈਸੇ ਖਰਚਣਾ ਚਾਹੁੰਦੇ ਹੋ, ਤੁਹਾਡੀ ਕੀ ਮਨ ਦੀ ਇੱਛਾ ਹੈ, ਤੁਹਾਡਾ ਕਿੰਨਾ ਜੇਬ ਅਲਾਉ ਕਰਦੀ ਹੈ, ਉਸ ਹਿਸਾਬ ਨਾਲ ਤੁਸੀਂ ਉਹਨੂੰ ਜਿਹੜਾ ਚੂਜ਼ ਕਰ ਸਕਦੇ ਹੋ। ਇੱਥੇ ਤੱਕ ਇਹ ਜਾਲ ਫੈਲਿਆ ਹੋਇਆ। ਇਹ ਸਾਰੇ ਪਾਠਾਂ ਤੋਂ ਇਲਾਵਾ ਜਿਹੜੀ ਲਿਸਟ ਤੁਹਾਨੂੰ ਦੱਸੀ ਹੈ, ਸਧਾਰਨ ਪਾਠ, ਅਖੰਡ ਪਾਠ, ਸੰਪਟ ਪਾਠ, ਇੱਕ ਹੁੰਦਾ ਦੋਹਰਾ ਪਾਠ, ਇੱਕ ਹੁੰਦਾ ਵਿਧੀ ਵਿਧਾਨ ਦੇ ਨਾਲ, ਇੱਕ ਇੱਛਾ ਪੂਰਕ ਪਾਠ। ਇਸ ਤੋਂ ਇਲਾਵਾ ਇੱਕ ਹੋਰ ਪਾਠ ਵੀ ਹੈਗਾ, ਉਹ ਹੈਗਾ FD ਪਾਠ, ਫਿਕਸ ਡਿਪੋਜ਼ਿਟ ਪਾਠ। ਯਾਨੀ ਕਿ ਤੁਸੀਂ ਆਪਣਾ ਪਾਠ ਜਿਹੜਾ ਹੈ ਉਹ ਉੱਥੇ ਕਰਵਾ ਦਿਓ, ਉਹ ਮਤਲਬ ਫਿਕਸ ਡਿਪੋਜ਼ਿਟ, ਮਤਲਬ ਉਹਨਾਂ ਕੋਲ ਪਾਠ ਕੀਤੇ ਕਰਾਏ ਪਏ ਹੋਏ ਨੇ, ਤੁਸੀਂ ਉਹਨਾਂ ਕੋਲ ਕੀਤਾ ਕਰਾਇਆ ਪਾਠ ਲਓ ਤੇ ਸਾਡਾ ਕੀਤਾ ਕਰਾਇਆ ਪਾਠ ਮੈਨੂੰ ਦੇ ਦਿਓ, ਸਿਰਫ ਆਪਣੀ ਜਿਹੜੀ ਉਹ FD ਤੁਹਾਡੀ FD ਚ ਪਿਆ ਹੋਇਆ ਪਾਠ ਤੁਹਾਨੂੰ ਮਿਲ ਜਾਏਗਾ। ਉਹਨਾਂ ਨੇ ਕਰਕੇ FDਆਂ ਚ ਪਾਏ ਹੋਏ ਨੇ ਪਾਠ, ਐਸੇ ਵੀ ਸੰਸਥਾਵਾਂ ਹੈਗੀਆਂ। ਇਸ ਤੋਂ ਇਲਾਵਾ 5 ਪਾਠੀ ਪਾਠ, 15 ਪਾਠੀ ਪਾਠ, 25 ਸਿੰਘੀ ਪਾਠ, ਇਹ ਅਲੱਗ ਹੈਗੇ ਨੇ। 25 ਸਿੰਘੀ ਮਤਲਬ ਹੁੰਦਾ ਫਿਰ ਉਹਦੇ ਵਿੱਚੋਂ ਆਪਣੇ ਉਹਨਾਂ ਦੇ ਆਉਂਦੇ ਨੇ, ਲੰਗਰ ਵੀ ਬਣਾਉਂਦੇ ਨੇ, ਕੋਈ ਦਰਬਾਰ ਜਿਹਾ ਖੜਾ ਹੁੰਦਾ ਹੈ ਸ਼ਸਤਰ ਲੈ ਕੇ, ਮਤਲਬ ਕਈ ਤਰ੍ਹਾਂ ਦੇ ਉਹ ਸਿੰਘ ਆਉਂਦੇ ਨੇ, ਉਹ ਆਪਣੇ ਹਿਸਾਬ ਨਾਲ ਉਹ ਸਾਰੀ ਸੇਵਾ ਨਿਭਾਉਂਦੇ ਨੇ। ਤੁਸੀਂ ਕੁਝ ਨਹੀਂ ਕਰਨਾ, ਸਿਰਫ ਤੁਸੀਂ ਉਹਨਾਂ ਦੀ ਜਿਹੜੀ ਹੈ ਉਹ ਸੇਵਾ ਕਰਨੀ ਹੈ ਔਰ ਉਹਨਾਂ ਦੀ ਜੋ ਸੇਵਾ ਦੀ ਜਿਹੜੀ ਕੀਮਤ ਹੈ ਉਹ ਦੇਣੀ ਹੈ। ਇਸ ਤੋਂ ਇਲਾਵਾ ਲਾਈਫ ਟਾਈਮ ਪਾਠ ਹੁੰਦਾ ਹੈ, ਮੈਂਬਰਸ਼ਿਪ, ਲਾਈਫ ਟਾਈਮ ਮੈਂਬਰਸ਼ਿਪ। ਤੁਸੀਂ ਇੱਕ ਵਾਰੀ ਮੈਂਬਰਸ਼ਿਪ ਦੇ ਦਿਓ, ਤੁਹਾਡਾ ਹਰ ਸਾਲ ਜਿਹੜਾ ਹੈ ਇੱਕ ਸਾਲ ਦੇ ਵਿੱਚ ਫਲਾਣੀ ਡੇਟ ਨੂੰ ਬਿਨਾਂ ਤੁਸੀਂ ਹੋ ਸਕਦਾ ਤੁਹਾਡੇ ਦਿਮਾਗ 'ਚ ਰਹੇ ਭੁੱਲ ਜਾਓਗੇ, ਇੱਧਰ ਉੱਧਰ ਹੋ ਜਾਏ, ਤੁਸੀਂ ਲਾਈਫ ਟਾਈਮ ਮੈਂਬਰਸ਼ਿਪ ਉਹਨਾਂ ਦੀ ਲੈ ਲਓ ਤੇ ਲਾਈਫ ਟਾਈਮ 'ਚ ਹਰ ਸਾਲ ਤੁਹਾਡੇ ਜਿਹੜਾ ਹੈ ਪਾਠ ਉਹ ਕਰ ਦੇਣਗੇ ਆਪਣੇ ਆਪ ਹੀ। ਐਸੇ ਵੀ ਸੰਸਥਾਵਾਂ ਨੇ। ਔਰ ਉਹਦੇ 'ਚ ਤੁਸੀਂ ਕੁਝ ਨਹੀਂ ਕਰਨਾ, ਆਨਲਾਈਨ ਬੁਕਿੰਗ ਕਰਨੀ ਹੈ, ਕ੍ਰੈਡਿਟ ਕਾਰਡ ਦੇ ਨਾਲ ਪੇਮੈਂਟ ਕਰਨੀ ਹੈ, ਈਮੇਲ ਦੇ ਨਾਲ ਤੁਹਾਨੂੰ ਜਿਹੜਾ ਹੈ ਉਹਦਾ ਹੁਕਮਨਾਮਾ ਆ ਜਾਏਗਾ। ਕੋਈ ਤੁਸੀਂ ਜ਼ਿਆਦਾ ਐਫਰਟ ਨਹੀਂ ਕਰਨਾ, ਕੁਝ ਨਹੀਂ ਕਰਨਾ, ਸਿਰਫ ਪੇਮੈਂਟ ਕਰਨੀ ਹੈ। ਇੰਗਲੈਂਡ ਦੇ ਵਿੱਚ ਸੰਸਥਾ ਹੈਗੀ ਹੈ ਇੱਕ, ਜਿਹੜੇ ਕਰਦੇ ਨੇ ਗੱਡੀ ਵਾਲਾ ਪਾਠ। ਗੱਡੀ ਵਾਲਾ ਪਾਠ ਦਾ ਮਤਲਬ ਹੈ ਉੱਥੇ ਘਰ ਛੋਟੇ ਛੋਟੇ ਹੈਗੇ ਨੇ ਲੋਕਾਂ ਕੋਲ, ਉਹਨਾਂ ਦੇ ਅੰਦਰ ਇਤਨੀ ਜਗ੍ਹਾ ਨਹੀਂ ਹੁੰਦੀ ਕਿ ਉਹ ਅਖੰਡ ਪਾਠ ਦਾ ਪੂਰੀ ਅਰੇਂਜਮੈਂਟ ਕਰ ਸਕਣ ਤੇ ਉਹ ਸਾਰੇ ਪਾਠੀ ਸਿੰਘਾਂ ਨੂੰ ਬੁਲਾ ਸਕਣ, ਉਹਨਾਂ ਦੀ ਸੇਵਾ ਕਰ ਸਕਣ। ਔਰ ਘਰ ਦੇ ਬਹੁਤ ਛੋਟੇ ਕਮਰੇ ਨੇ ਕਈਆਂ ਕੋਲ, ਤੇ ਉਹ ਕੀ ਕਰਦੇ ਨੇ, ਗੱਡੀ ਲਿਆ ਕੇ ਤੁਹਾਡੇ ਦਰਵਾਜ਼ੇ ਅੱਗੇ ਖੜੀ ਕਰ ਦਿੰਦੇ ਨੇ। ਪਾਠ ਗੱਡੀ ਦੇ ਚੱਲਦਾ ਰਹੇਗਾ, ਤੁਸੀਂ ਸੇਵਾ ਸਭ ਉੱਥੇ ਕਰਨੀ। ਤੁਸੀਂ ਘਰ ਦੇ ਅੰਦਰ ਤੁਸੀਂ ਫ੍ਰੀ ਹੈਗੇ ਹੋ, ਜੋ ਮਰਜ਼ੀ ਕਰੋ।
ਇੱਕ ਅੰਦਾਜ਼ੇ ਦੇ ਮੁਤਾਬਿਕ ਹੁਣ ਤੱਕ ਟੋਟਲ ਜਿਹੜੇ ਨੇ ਅਖੰਡ ਪਾਠ 50 ਕਰੋੜ ਤੋਂ ਵੀ ਵੱਧ ਅਖੰਡ ਪਾਠ ਹੁਣ ਤੱਕ ਹੋ ਚੁੱਕੇ ਨੇ ਵਰਲਡ ਵਾਈਡ। 50 ਕਰੋੜ। ਪਰ ਗੁਰਬਾਣੀ ਕਹਿੰਦੀ ਹੈ वेद कतेब सिमरत अर शास्त्र इन पढ़िया मुकत ना होई। इन्ना इन्ना वड्डा एक काम हैगा, असी अंदाजा भी नहीं लगा सकते। एक सत्कार कमेटी है, सत्कार कमेटी की करती है कि तुहाडे घरां दे विच आंदे ने और देखदे ने कि क्या तुसी अगर तुहाडे घर प्रकाश हैगा ਤੇ ਕਿਆ ਤੁਸੀਂ ਸਤਿਕਾਰ ਦੇ ਨਾਲ ਸਾਰੇ ਕੰਮ ਕਰ ਰਹੇ ਹੋ ਕਿ ਨਹੀਂ, ਗੁਰੂ ਮਰਿਆਦਾ ਦੇ ਅਨੁਸਾਰ ਜਾਂ ਜੋ ਵੀ ਪਰੰਪਰਾ ਹੈਗੀ ਹੈ। ਜੇ ਉਹਨਾਂ ਨੂੰ ਕਿਤੇ ਵੀ ਹੁਣ ਤਾਂ ਹੀ ਲੱਗਦੀ ਹੈ ਕਿ ਹਾਂ ਜੀ ਇਹ ਸਤਿਕਾਰ ਮਤਲਬ ਸਾਡੇ ਮੁਤਾਬਿਕ ਨਹੀਂ ਹੈਗਾ, ਉਹਨਾਂ ਨੇ ਕੁਝ ਆਪਣੇ ਨੋਰਮਸ ਬਣਾਏ ਹੋਏ ਨੇ ਕਿ ਵੀ ਇਹ ਹੋਣਾ ਚਾਹੀਦਾ, ਤੁਹਾਡੇ ਇਹ ਚੀਜ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ, ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਹੋਣਾ ਚਾਹੀਦਾ, ਇਹ ਰੁਮਾਲੇ ਇਸ ਤਰੀਕੇ ਦੇ ਨਾਲ ਹੋਣਾ ਚਾਹੀਦਾ। ਉਹ ਸਾਰੀਆਂ ਜਿਹੜੇ ਉਹਨਾਂ ਦੇ ਨੋਰਮਸ ਹੈਗੇ ਨੇ, ਜੇ ਤੁਹਾਡੇ ਘਰ ਉਹ ਨੋਰਮਸ ਦੇਖਦੇ ਨੇ ਕਿ ਪੂਰੇ ਨਹੀਂ ਹੈਗੇ, ਉਹ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲੈ ਜਾਂਦੇ ਕਿ ਤੁਸੀਂ ਨਹੀਂ ਕਰ ਸਕਦੇ, ਤੁਹਾਡੇ ਤੁਸੀਂ ਸਤਿਕਾਰ ਨਹੀਂ ਕਰ ਰਹੇ, ਤਾਂ ਅਸੀਂ ਤੁਹਾਨੂੰ ਇਹ ਇੱਥੇ ਪ੍ਰਕਾਸ਼ ਕਰਨ ਦਾ ਹੱਕ ਨਹੀਂ ਹੈਗਾ। ਤੇ ਸਾਡੇ ਅਗਰ ਤੁਸੀਂ ਕਰਵਾਉਣਾ ਤੇ ਸਾਡੇ ਕੋਲ ਕਰਵਾਉਣਾ। ਇਹ ਸਤਿਕਾਰ ਕਮੇਟੀਆਂ ਦੇ ਨਾਮ ਦੇ ਉੱਤੇ ਪਤਾ ਨਹੀਂ ਕਿਤਨੇ ਘਰਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਚੁੱਕ ਕੇ ਲੈ ਕੇ ਉਹਦਾ ਸੰਸਕਾਰ ਕਰ ਦਿੱਤਾ ਗਿਆ। ਪੁਰਾਣੀਆਂ ਬੀੜਾਂ ਜਿਹੜੀਆਂ ਮਿਲਦੀਆਂ ਨਹੀਂ, ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ, ਜੇ ਇਹਨਾਂ ਕੋਲ ਕਿਸੇ ਕੋਲ ਪੁਰਾਣੀ ਬੀੜ ਪਈ ਹੋਈ ਹੈ, ਉਹ ਸੰਸਕਾਰ ਦੇ ਨਾਮ ਦੇ ਉੱਤੇ ਜਾਂ ਸਤਿਕਾਰ ਕਮੇਟੀਆਂ ਦੇ ਨਾਮ ਦੇ ਉੱਤੇ ਨਾ ਦਿਓ ਉਹਨਾਂ ਨੂੰ। ਕੱਲ ਨੂੰ ਅਗਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਬਾਣੀ ਦੇ ਵਿੱਚ ਕਿਤੇ ਮਿਲਾਵਟ ਹੁੰਦੀ ਹੈ, ਸਾਨੂੰ ਨਹੀਂ ਲੱਭ ਸਕਦਾ ਕਿ ਅਸੀਂ ਪੁਰਾਤਨ ਬੀਣਾ ਕੀ ਹੈਗੀਆਂ ਸੀ ਸਾਡੀਆਂ। ਸੈਂਕੜੇ ਬੀਣਾ ਸਤਿਕਾਰ ਦੇ ਨਾਮ ਦੇ ਉੱਤੇ ਸਾੜ ਦਿੱਤੀਆਂ ਗਈਆਂ, ਜਾਂ ਕਹਿ ਲਓ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਸਤਿਕਾਰ ਦੇ ਨਾਮ ਦੇ ਉੱਤੇ। ਕਿਤੇ ਇਤਿਹਾਸਿਕ ਬੀਣਾ ਦਾ ਵੀ ਉਹਨਾਂ ਨੇ ਸੰਸਕਾਰ ਕਰ ਦਿੱਤਾ ਹੈ, ਸਿਰਫ ਇਸ ਕਰਕੇ ਤੁਸੀਂ ਸਤਿਕਾਰ ਨਹੀਂ ਕਰ ਸਕਦੇ। ਔਰ ਇਤਿਹਾਸਿਕ ਬੀਣਾ ਉਹਨਾਂ ਦੀ ਸੰਭਾਲ ਕੀਤੀ ਜਾਂਦੀ ਹੈ, ਇਸ ਤਰ੍ਹਾਂ ਸੰਸਕਾਰ ਨਹੀਂ ਕੀਤਾ ਜਾਂਦਾ। ਲੇਕਿਨ ਕਿਹੜੀ ਵਿਉਂਤ, ਕਿਹੜੀ ਕਨਸਪੀਰੇਸੀ ਜਾਂ ਕਿਹੜੀ ਉਹਦੇ ਵਿੱਚ ਚਾਲ ਹੈ ਇਹਦੇ ਪਿੱਛੇ, ਅਸੀਂ ਸਾਨੂੰ ਸਮਝਣਾ ਚਾਹੀਦਾ। ਸੋਨੇ ਦੀ ਪਾਲਕੀ ਜਿਹੜੀ ਹੈ ਨਾ, ਸੋਨੇ ਦੀ ਪਾਲਕੀਆਂ ਦੇ ਵਿੱਚ ਵੀ ਰੱਖ ਕੇ ਜੇ ਕਿਸੇ ਨੇ ਨਾਰੀਅਲ ਤੇ ਘੜਾ ਰੱਖਿਆ ਹੋਇਆ, ਤੇ ਉਹਦੇ ਬਜਾਏ ਜੇ ਘਰ ਦੇ ਵਿੱਚ ਸਾਦੇ ਤਰੀਕੇ ਦੇ ਨਾਲ ਵੀ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ, ਤੇ ਗੋਡੇ ਤੇ ਰੱਖ ਕੇ ਵੀ ਅਗਰ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਅਗਰ ਵਿਚਾਰ ਕਰਕੇ ਕਰਦਾ ਹੈ, ਉਹ ਸ਼ਾਇਦ ਉਹ ਸੋਨੇ ਦੀ ਪਾਲਕੀ ਨਾਲ ਜ਼ਿਆਦਾ ਚੰਗਾ ਸਤਿਕਾਰ ਕਰਦਾ ਹੋਏਗਾ। ਸੋ ਔਰ ਸਭ ਤੋਂ ਵੱਡੀ ਗੱਲ, ਜਿਤਨੇ ਵੀ ਅਸੀਂ ਕੁਝ ਵਿਚਾਰ ਹੈ ਵੀ ਆਂਦੀ ਹੈ ਕਿ ਬਈ ਪਾਠੀਆਂ ਨੂੰ ਇਹਦੇ ਨਾਲ ਰੋਜ਼ਗਾਰ ਮਿਲਦਾ, ਇਹ ਵੀ ਸਵਾਲ ਆਇਆ ਸੀ। ਜਿਹੜੇ ਪਾਠੀ ਰੋਜ਼ਗਾਰ ਇਹਨੂੰ ਕਰਦੇ ਨੇ, ਜਾਂ ਜਿਹੜੇ ਪਾਠੀ ਇਸ ਕੰਮ ਦੇ ਵਿੱਚ ਹੈਗੇ ਨੇ, ਕਦੀ ਉਹਨਾਂ ਦੇ ਘਰਾਂ ਦੀ ਜਾ ਕੇ ਹਾਲਤ ਦੇਖੋ। ਸਾਡੇ ਚੋਂ ਸ਼ਾਇਦ ਬਹੁਤ ਘੱਟ ਹੋਣਗੇ ਜਿਹੜੇ ਕਦੀ ਉਹਨਾਂ ਦੇ ਅਸੀਂ ਘਰ ਗਏ ਹੋਈਏ, ਉਹਨਾਂ ਦੇ ਕਮਰੇ ਵਿੱਚ ਗਏ ਹੋਈਏ। ਮਿਸ਼ਨ ਐਜੂਕੇਸ਼ਨ ਦੇ ਵਿੱਚ ਜਦੋਂ ਅਸੀਂ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹਾਂ, ਤੇ ਕਈ ਸਾਡੇ ਕੋਲ ਐਸੇ ਵੀ ਕੇਸਿਸ ਆਏ ਨੇ ਜਿਹੜੇ ਕਿ ਪਾਠੀ ਨੇ ਔਰ ਕੀਰਤਨ ਕਰਦੇ ਨੇ ਜਾਂ ਸੇਵਾ ਕਰਦੇ ਨੇ, ਸੇਵਾਦਾਰ ਨੇ, ਉਹਨਾਂ ਦੇ ਘਰ ਦੇ ਬੱਚਿਆਂ ਦੀ ਹਾਲਤ, ਉਹਨਾਂ ਕੋਲ ਬੱਚਿਆਂ ਦੀ ਫੀਸ ਜਮ੍ਹਾਂ ਕਰਾਉਣ ਨੂੰ ਨਹੀਂ ਹੁੰਦੀ। ਅਸੀਂ ਕਿਹੜਾ ਰੋਜ਼ਗਾਰ ਜਿਹੜਾ ਉਹਨਾਂ ਨੂੰ ਦੇਣ ਚੱਲੇ ਆ, ਉਹ ਕੀ ਉਹਨਾਂ ਦੀ ਹਾਲਤ ਹੈ, ਅਸੀਂ ਕਦੀ ਪੁੱਛਿਆ ਹੀ ਨਹੀਂ, ਕਦੀ ਦੇਖਿਆ ਹੀ ਨਹੀਂ। ਔਰ ਜਿਤਨੇ ਵੀ ਤੁਸੀਂ ਦੇਖ ਲਓ, ਜਿਹੜੇ ਵੀ ਪਾਠੀ ਕੀਰਤਨੀ ਹੈ, ਇਹ ਕਦੀ ਵੀ ਤੁਹਾਨੂੰ ਪੜ੍ਹੇ ਲਿਖੇ ਨਹੀਂ ਮਿਲਣਗੇ। ਜਿਤਨੇ ਵੀ ਪੜ੍ਹੇ ਲਿਖੇ, ਕੋਈ 2-4 ਹੋਣ ਤੇ ਮੈਂ ਉਹਦੀ ਗੱਲ ਨਹੀਂ ਕਰਦਾ, ਕੁਝ ਹੋ ਵੀ ਸਕਦੇ ਨੇ, ਪਰ ਲੇਕਿਨ ਉਹ ਉਂਗਲੀ ਤੇ ਗਿਣਤੀ ਕਰਨ ਵਾਲੇ ਹੋਣਗੇ। ਜਿਤਨੇ ਵੀ ਜਿਹੜੇ ਪ੍ਰੋਫੈਸ਼ਨਲ ਪਾਠੀ ਹੋਣਗੇ, ਪ੍ਰੋਫੈਸ਼ਨਲ ਕੀਰਤਨੀ ਹੋਣਗੇ, ਉਹ ਤੁਹਾਨੂੰ ਹਾਈਲੀ ਕੁਆਲੀਫਾਈਡ ਨਹੀਂ ਮਿਲਣਗੇ, ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਮਿਲਦੇ। ਔਰ ਜਿਹੜੇ ਅਗਰ ਕੋਈ ਪਾਠੀ ਕੀਰਤਨੀ ਹੈ ਬਹੁਤ ਜ਼ਿਆਦਾ ਕੁਆਲੀਫਾਈਡ ਹੈਗਾ, ਹਾਈਲੀ ਕੁਆਲੀਫਾਈਡ ਹੈ, ਪੜ੍ਹਿਆ ਲਿਖਿਆ ਹੈ, ਕਿ ਉਹ ਪ੍ਰੋਫੈਸ਼ਨਲ ਨਹੀਂ ਹੋਏਗਾ, ਨਾਨ ਪ੍ਰੋਫੈਸ਼ਨਲ ਹੋਏਗਾ। ਬੜੀ ਸਾਡੇ ਮਤਲਬ ਕੌਮ ਦੀ ਹੈ ਤਰਾਸਦੀ ਕਹਿ ਲੋ। ਬਿਲਕੁਲ ਉਲਟਾ ਸਾਡੇ ਵਿੱਚ ਜੋ ਪੜ੍ਹੇ ਲਿਖੇ ਨੇ
ਉਹ ਪ੍ਰੋਫੈਸ਼ਨਲੀ ਨਹੀਂ ਕਰਦੇ, ਉਹ ਆਪਣੇ ਸ਼ੌਂਕ ਕਹਿ ਲਓ ਜਾਂ ਉਹਨਾਂ ਦੀ ਪੈਸ਼ਨ ਹੈ ਉਹਦੇ ਚ ਕਰਦੇ। ਔਰ ਜੋ ਪ੍ਰੋਫੈਸ਼ਨਲ ਹੈਗੇ ਨੇ ਉਹ ਉਹਨਾਂ ਕੋਲ ਪੜ੍ਹਾਈ ਨਹੀਂ ਹੈਗੀ। ਔਰ ਜਿਤਨੇ ਵੀ ਤੁਸੀਂ ਦੇਖ ਲਓ ਪਾਠੀ ਨੇ, ਕੀਰਤਨੀਏ ਨੇ ਜਾਂ ਕਥਾਕਾਰ ਨੇ, ਸੇਵਾਦਾਰ ਨੇ, ਕਿਤੇ ਵੀ ਇਹਨਾਂ ਦੀ ਯੂਨੀਅਨ ਨਹੀਂ ਹੈਗੀ। ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਨਾ, ਉਹਨਾਂ ਦੀ ਹਾਲਤ ਦੇਖੋ ਜਾ ਕੇ, ਨਾ ਇਹ ਸਟ੍ਰਾਈਕ ਕਰ ਸਕਦੇ ਨੇ, ਨਾ ਇਹ ਕਿਤੇ ਕਦੀ ਇਹਨਾਂ ਨੂੰ ਦੇਖਿਆ ਮੁਜ਼ਾਹਰਾ ਕਰਦੇ ਆ। ਇਹਨਾਂ ਦੇ ਕਿੰਨੇ ਇਹਨਾਂ ਦੀ ਤਨਖਾਹਾਂ ਦੇਖ ਲਓ ਕੀ ਹੈਗੀਆਂ, ਇਹਨਾਂ ਦੇ ਘਰ ਦੀ ਹਾਲਤਾਂ ਦੇਖ ਲਓ ਕੀ ਹੈਗੀਆਂ, ਇਹਨਾਂ ਦੀ ਬੱਚਿਆਂ ਦੀ ਪੜ੍ਹਾਈਆਂ ਦੇਖ ਲਓ ਕੀ ਹੈਗੀਆਂ, ਇਹਨਾਂ ਦੇ ਘਰ ਦੇ ਜਿਹੜਾ ਲਿਵਿੰਗ ਸਟੈਂਡਰਡ ਹੈਗਾ ਉਹ ਦੇਖੋ ਜਾ ਕੇ ਕੀ ਹੈਗਾ। ਲੇਕਿਨ ਕਦੀ ਵੀ ਇਹਨਾਂ ਦੀ ਕੋਈ ਐਸੀ ਸੰਸਥਾ, ਕੋਈ ਇਹਨਾਂ ਦੀ ਆਰਗੇਨਾਈਜੇਸ਼ਨ ਨਹੀਂ ਹੈਗੀ, ਕਿਉਂਕਿ ਘਾਟ ਉਹੀ ਹੈ ਕਿ ਐਜੂਕੇਸ਼ਨ ਦੀ ਹੈ। ਕੋਈ ਇਹਨਾਂ ਨੇ ਆਪਣੀ ਕੋਈ ਐਸੀ ਸੰਸਥਾ ਨਹੀਂ ਬਣਾਈ ਜਿੱਥੇ ਜਾ ਕੇ ਕੋਈ ਮੁਜ਼ਾਹਰਾ ਕਰ ਸਕਣ, ਪ੍ਰੋਟੈਸਟ ਕਰ ਸਕਣ। ਕਦੀ ਇਹਨਾਂ ਨੇ ਅੱਜ ਤੱਕ ਐਸਾ ਨਹੀਂ ਹੋਇਆ ਕਿ ਹਾਂ ਵੀ ਭਾਈ ਸਾਹਿਬ ਕੁਰਦੀਆਂ ਨੇ ਇਹਨਾਂ ਨੂੰ ਇੰਨੀ ਨਹੀਂ ਘੱਟ ਤਨਖਾਹ ਮਿਲੀ ਜਾਂ ਕਈਆਂ ਨੂੰ ਨਹੀਂ ਮਿਲੀ, ਇਹਨਾਂ ਨੇ ਸਟ੍ਰਾਈਕ ਕੀਤੀ ਹੋਏ। ਕੋਈ ਇਹਨਾਂ ਦੀ ਯੂਨੀਅਨ ਨਹੀਂ ਹੈਗੀ। ਕਿਤੇ ਵੀ ਇਹਨਾਂ ਨੂੰ ਪ੍ਰੋਟੈਸਟ ਕਰਦੇ ਨਜ਼ਰ ਨਹੀਂ ਆਉਂਦੇ ਸਾਨੂੰ। ਲਾਕਡਾਊਨ ਦੇ ਦੌਰਾਨ ਮੈਂ ਫਤਿਹਨਗਰ ਦੇ ਪਾਰਕ ਦੇ ਵਿੱਚ ਜਾਂਦਾ ਰਿਹਾ ਔਰ ਭਾਈ ਸਾਹਿਬ ਉੱਥੇ ਮੈਨੂੰ ਮਿਲਦੇ ਰਹੇ ਨੇ। ਇੱਕ ਮੈਂ ਉਹਨਾਂ ਦੀ ਹਾਲਤ ਜਾਂ ਉਹਨਾਂ ਦੇ ਘਰ ਦੇ ਜਾਂ ਜੋ ਵੀ ਉਹਨਾਂ ਦੀ ਲਾਕਡਾਊਨ ਜਾਂ ਉਸ ਤੋਂ ਦੌਰਾਨ ਜਾਂ ਅੱਗੇ ਪਿੱਛੇ ਦੀ ਉਹਨਾਂ ਦੀ ਗੱਲਬਾਤ ਕੀਤੀ ਹੈ। ਬੜੀ ਹੀ ਦਇਨੀ ਹਾਲਤ ਹੈ। ਲੇਕਿਨ ਉਹਦੇ ਵਾਸਤੇ ਕੀ ਹੋ ਸਕਦਾ ਉਹਦੇ ਵੀ ਅਸੀਂ ਵਿਚਾਰ ਕਰਾਂਗੇ। ਪਰ ਕਿਤੇ ਵੀ ਸਾਨੂੰ ਅਖੰਡ ਪਾਠ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਕਿਤੇ ਵੀ ਸਾਨੂੰ ਗੁਰੂ ਪਾਤਸ਼ਾਹ ਵੱਲੋਂ ਹਿਦਾਇਤ ਨਹੀਂ ਹੈਗੀ। ਇਹਨਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਅਸੀਂ ਲਿਆ ਕੇ ਕਿੱਥੇ ਬਿਠਾ ਦਿੱਤਾ। ਸਿਰਫ ਇਹਨਾਂ ਦੀ ਬਸ ਪਾਠ ਕਰਦੇ ਨੇ ਔਰ ਸਾਡੀ ਅਰਦਾਸਾਂ ਦੇ ਉੱਤੇ ਹੀ ਰਹਿ ਗਏ ਨੇ। 10-10, 20-20, 50-50 ਰੁਪਏ ਦੀ ਅਰਦਾਸਾਂ ਦੇ ਉੱਤੇ ਉਡੀਕਦੇ ਰਹਿੰਦੇ ਨੇ ਕਿ ਕਦੋਂ ਸਾਡੇ, ਅਸੀਂ ਕਹਿੰਦੇ ਇਹਨਾਂ ਨੂੰ ਰੋਜ਼ਗਾਰ ਦਿੱਤਾ ਹੋਇਆ। ਤੇ ਜਿਨ੍ਹਾਂ ਦਾ ਧਿਆਨ ਇਸ ਆਪਣੇ ਘਰ ਪਰਿਵਾਰ ਚਲਾਉਣ ਵਾਸਤੇ ਅਰਦਾਸਾਂ ਵੱਲ ਰਹੇਗਾ ਤੇ ਉਹ ਪੰਥ ਦੀ ਸੇਵਾ ਜਾਂ ਪ੍ਰਚਾਰ ਵੱਲ ਕਿੱਥੇ ਉਹ ਕਰ ਪਾਉਣਗੇ। ਅਸੀਂ ਵਿਚਾਰਨਾ, ਅਸੀਂ ਸੋਚਣਾ। ਹਾਂ, ਇੱਕ ਗੁਰਬਿਲਾਸ ਪਾਤਸ਼ਾਹੀ 6ਵੀਂ, ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਇੱਕ ਕਿਤੇ ਨਾ ਕਿਤੇ ਜ਼ਿਕਰ ਮਿਲਦਾ ਅਖੰਡ ਪਾਠ ਦਾ। ਲੇਕਿਨ ਗੁਰਬਿਲਾਸ ਪਾਤਸ਼ਾਹੀ 6ਵੀਂ ਜਿਹੜੀ ਹੈ ਉਹ ਕਿਤਨੀ ਕੰਟਰੋਵਰਸ਼ੀਅਲ ਹੈ। ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ, ਇੱਕ ਛੁਪਿਆ ਹੋਇਆ ਸੱਪ ਹੈ ਵੀ ਕਦੀ ਨਿਕਲੇਗਾ, ਤੁਹਾਨੂੰ ਕਦੀ ਵਕਤ ਆਏਗਾ ਐਸਾ। ਜਿਸ ਤਰ੍ਹਾਂ ਬਾਕੀ ਐਸੀ ਚੀਜ਼ਾਂ ਸਾਡੇ ਵਿੱਚ ਨਿਕਲੀਆਂ ਨਾ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਰਿਆਦਾ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਉਲਟ ਕਈ ਬਾਣੀਆਂ, ਕਈ ਗ੍ਰੰਥ, ਕਈ ਚੀਜ਼ਾਂ ਸਾਡੇ ਸਾਹਮਣੇ ਆਈਆਂ ਨਾ। ਇਹ ਥੋੜਾ ਜਿਹਾ ਉੱਠਿਆ ਸੀ ਇਹਦੇ ਉੱਤੇ ਗੁਰਬਿਲਾਸ ਪਾਤਸ਼ਾਹੀ 6ਵੀਂ, ਹਜੇ ਹੈ ਦਬਾ ਦਿੱਤਾ ਗਿਆ। ਵਕਤ ਆਏਗਾ, ਕਦੋਂ ਆਏ ਕੋਈ ਪਤਾ ਨਹੀਂ। ਹੁਣ ਆਏ 2 ਸਾਲ ਬਾਅਦ, ਆਏ 4 ਸਾਲ ਬਾਅਦ, 10 ਸਾਲ ਬਾਅਦ, ਕਦੀ ਨਾ ਕਦੀ ਇਹ ਦੁਬਾਰਾ ਹੈ ਬਾਹਰ ਨਿਕਲੇਗਾ। ਦੇਖਣਾ, ਤਿਆਰੀ ਹੋ ਰਹੀ ਉਹਦੀ। ਸੋ ਜਿਹੜੀ ਗਰੁੜ ਪੁਰਾਣ ਦੀ ਜਿਹੜੀ ਕਥਾ ਸੀ ਨਾ, ਜਿਹੜੀ ਬਾਕੀ ਜਗ੍ਹਾ ਤੇ ਹੁੰਦੀ ਰਹੀ, ਜਦ ਮਹੰਤ ਲੋਕ ਕਰਦੇ ਸੀ, ਸੇਮ ਉਸੇ ਤਰਜ਼ ਦੇ ਉੱਤੇ ਅਖੰਡ ਪਾਠ ਗੁਰਦੁਆਰਾ ਨੇ ਸ਼ੁਰੂ ਕੀਤਾ ਗਿਆ। ਪਰ ਸਿਰਫ ਜਿਹੜਾ ਹੈ ਪੜ ਕੇ ਹੀ, ਜੋ ਅਸੀਂ ਪਹਿਲੇ ਅਸੀਂ ਕਰ ਚੁੱਕਿਆ, ਪੰਡਤ ਵਾਚੇ ਪੋਥੀਆਂ ਨਾ ਬੂਝੇ ਨਾ ਵਿਚਾਰ, ਅਨਕੁਮਤੀ ਦੇ ਚਲੇ ਮਾਇਆ ਕਾ ਵਪਾਰ। ਇਹ ਮਾਇਆ ਕਾ ਵਪਾਰ ਹੁੰਦਾ ਰਿਹਾ ਔਰ ਸਾਡੇ ਵਿੱਚ ਜਿਹੜੀ ਇਹ ਗੱਲ ਚੱਲਦੀ ਰਹੀ। ਇਸ ਤੋਂ ਇਲਾਵਾ ਇਹਦੇ ਸਿਰਫ ਅਖੰਡ ਪਾਠ ਦੀ ਗੱਲ ਕੀਤੀ ਹੈ ਨਾ, ਅਖੰਡ ਪਾਠ ਤੇ ਇੱਕ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਚੱਲਦਾ ਹੈ। ਉਹਦੇ ਵਿੱਚ ਹੋਰ ਬੜੀਆਂ ਸਾਰੀਆਂ ਚੀਜ਼ਾਂ ਫਿਰ ਹੋਰ ਵੀ ਹੁੰਦੀਆਂ। ਅਲੱਗ-ਅਲੱਗ ਸੰਸਥਾਵਾਂ, ਅਲੱਗ-ਅਲੱਗ ਉਹਦੇ ਵਿੱਚੋਂ ਇਹ ਕੀਤੀਆਂ ਜਾਂਦੀਆਂ। ਲੇਕਿਨ ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਜਿਹੜੀ ਸਾਡੇ ਵਿੱਚ ਕਾਮਨ ਹੁੰਦੀਆਂ, ਜੋ ਆਮ ਤੌਰ ਤੇ ਸਾਰੇ ਅਸੀਂ ਕਰਦੇ ਹੀ ਹਾਂ। ਉਹ ਹੈਗਾ, ਇੱਕ ਹੁੰਦੀ ਹੈ ਮੱਧ ਦੀ ਅਰਦਾਸ। ਇਹ ਤੇ ਸਾਰੇ ਅਸੀਂ ਜਾਣਦੇ ਹਾਂ ਕਿ ਮੱਧ ਦੀ ਅਰਦਾਸ ਜ਼ਰੂਰ ਕਰਦੇ ਹਾਂ। ਲੇਕਿਨ ਇਹ ਮੱਧ ਦੀ ਅਰਦਾਸ ਕੀ ਹੈ, ਇਹ ਸਾਰੇ ਸਾਨੂੰ ਵੀ ਪਤਾ ਹੈ ਕਿ ਮੱਧ ਦੀ ਅਰਦਾਸ ਜਿਹੜੀ ਹੁੰਦੀ ਹੈ ਉਹ ਅੱਧ ਦੇ ਵਿੱਚ ਹੁੰਦੀ ਹੈ। ਲੇਕਿਨ ਜਿਹੜੀ ਉਹ ਆਂਦਾ ਨਾ ਉੱਥੇ ਜਿੱਥੇ ਮੱਧ ਦੀ ਅਰਦਾਸ ਆਂਦੀ, ਜਿੱਥੇ ਜਾ ਕੇ ਕਰਦੇ ਆ, ਉਹ ਕਦੀ ਪੜ੍ਹ ਕੇ ਦੇਖਣਾ, ਉਹ 705 ਨੰਬਰ ਅੰਕ ਤੇ ਜਿਹੜੀ ਹੈ ਉਹ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ, ਜਿੱਥੇ ਆਂਦਾ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਉਹ ਗੱਲ ਚੱਲ ਰਹੀ ਹੈ ਪਰਮੇਸ਼ਰ ਦੀ। ਜਿਸ ਤਰ੍ਹਾਂ ਆਦ ਸੱਚ, ਜੁਗਾਦ ਸੱਚ, ਹੈ ਵੀ, ਉਹਦੇ ਚ ਆਦ ਪੂਰਨ, ਆਦ ਤੋਂ ਪੂਰਨ ਹੈ, ਮੱਧ ਪੂਰਨ,
ਮਦ ਵੀ ਪੂਰਾ ਹੈ, ਅੰਤ ਪੂਰਨ, ਜਿੱਥੇ ਅੰਤ ਤੱਕ ਵੀ ਉਸ ਪਰਮੇਸ਼ਰ ਦੀ ਗੱਲ ਕੀਤੀ ਹੈ ਕਿ ਉਹ ਹਮੇਸ਼ਾ ਵਾਸਤੇ ਕੰਪਲੀਟ ਹੈ, ਪੂਰਨ ਹੈ। ਤੇ ਅਸੀਂ ਮਦ ਪਤਾ ਨਹੀਂ ਕਿੱਥੇ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਖੰਡ ਪਾਠ ਦੇ ਉੱਤੇ ਮਦ ਕਿਸ ਤਰ੍ਹਾਂ ਕਰ ਲਿਆ, ਇਹ ਕਿਹੜਾ ਪਰੰਪਰਾ ਕਿੱਥੋਂ ਚੱਲੀ, ਕਦੋਂ ਚੱਲੀ, ਇਹਦੇ ਬਾਰੇ ਵੀ ਖੋਜ ਕਰਨੀ ਚਾਹੀਦੀ ਸਾਨੂੰ। ਔਰ ਸਭ ਤੋਂ ਵੱਡੀ ਗੱਲ ਕਿ ਉਹ ਅਸੀਂ ਕਹਿੰਦੇ ਆ ਕਿ ਉਹ ਮਦ ਮਤਲਬ ਗੁਰੂ ਗ੍ਰੰਥ ਸਾਹਿਬ ਦੇ 1430 ਦਾ ਅੱਧਾ ਹੋ ਗਿਆ, ਲੇਕਿਨ 1430 ਦਾ ਅੱਧਾ ਵੀ ਨਹੀਂ ਬਣਦਾ, ਉਹ ਬਣਦਾ 705 ਨੰਬਰ ਤੇ ਉਹ ਆਂਦਾ, ਉਹ ਹਾਫ ਵੀ ਨਹੀਂ ਹੁੰਦਾ ਪੂਰਾ। ਤੇ ਇਹ ਕਿੱਥੋਂ ਆਇਆ, ਕਿਸ ਤਰ੍ਹਾਂ ਆਇਆ, ਸਿਰਫ ਲਫ਼ਜ਼ ਆ ਗਿਆ ਮਦ, ਅਸੀਂ ਮਦ ਦੀ ਅਰਦਾਸ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਜਿਹੜਾ ਭੀੜ ਜਦੋਂ ਇੱਕ ਦੂਜੇ ਤੋਂ, ਇੱਕ ਘਰ ਤੋਂ ਗੁਰਦੁਆਰੇ ਤੋਂ ਘਰ ਜਾਂ ਘਰ ਤੋਂ ਗੁਰਦੁਆਰੇ ਲਿਜਾ ਕੇ ਉਹ ਅੱਗੇ ਪਾਣੀ ਪਾਣ ਦੀ ਜਿਹੜੀ ਪ੍ਰਥਾ ਹੈ, ਕਿਤੇ ਸ਼ਾਇਦ ਪਹਿਲੇ ਕਦੇ ਹੁੰਦਾ ਹੋਏ, ਮਿੱਟੀ ਉੱਡਦੀ ਸੀ ਬਾਹਰ, ਕੱਚੀਆਂ ਸੜਕਾਂ ਦੇ ਉੱਤੇ ਪਾਣੀ ਪਾਣ ਦੀ ਪ੍ਰਥਾ ਹੁੰਦੀ ਹੋਏ, ਚਲੋ ਗੁਰੂ ਗ੍ਰੰਥ ਸਾਹਿਬ ਦੇ ਕਿਤੇ ਇੱਕ ਦੂਜੇ ਤੋਂ ਸਥਾਨ ਤੋਂ ਦੂਜੇ ਸਥਾਨ ਲਿਆ, ਮਿੱਟੀ ਘੱਟਾ ਨਾ ਉੱਡੇ ਤੇ ਪਾਣੀ ਪਾਏ। ਲੇਕਿਨ ਅੱਜ ਜਦੋਂ ਕਾਰਪੇਟ ਦੇ ਉੱਤੇ ਵੀ ਅੰਦਰ ਲੈ ਕੇ ਜਾਂਦਾ ਤੇ ਕਾਰਪੇਟ ਦੇ ਉੱਤੇ ਵੀ ਪਾਣੀ ਪਾਇਆ ਜਾਂਦਾ, ਤੇ ਇਹ ਸਾਨੂੰ ਜਿਹੜਾ ਸਮਝਣਾ ਚਾਹੀਦਾ ਕਿ ਇਹਦਾ ਕੀ ਕਾਰਨ ਹੈ ਇਹਦਾ। ਇਸ ਤੋਂ ਇਲਾਵਾ ਜਿਹੜੀ ਅਰਦਾਸ ਦੇ ਵਿੱਚ ਹੋਰ ਆਂਦੀ ਹੈ, ਹੁਣ ਲਾਓ ਭੋਗ ਹਰ ਰਾਏ, ਇਹ ਵੀ ਜਿਹੜਾ ਹੈ ਪੜਿਆ ਜਾਂਦਾ ਸੀ ਨਾ ਸਾਡੇ ਵਿੱਚ, ਭੋਗ ਲਾਇਆ ਜਾਂਦਾ ਫਿਰ ਉਹਦੇ ਵਿੱਚ। ਹੁਣ ਉਹ ਭੋਗ ਕੀ ਹੈ, ਉਹ ਭੋਗ ਕਿੱਥੇ ਹੈ, ਕਿਸ ਤਰ੍ਹਾਂ, ਉਹਨੂੰ ਥੋੜਾ ਅਸੀਂ ਸਮਝ ਲਈਏ। ਜੇ ਉਸ ਪੰਕਤੀ ਨੂੰ ਜੇ ਅਸੀਂ ਸਮਝੀਏ ਕਿ ਉਹ ਪੜੀ ਇੰਨੀ ਜਾਂਦੀ ਹੈ ਪੰਕਤੀ, ਕਰੀ ਪਾਕਸ਼ਾਲ ਸੋਚ ਪਵਿੱਤਰਾ ਹੁਣ ਲਾਓ ਭੋਗ ਹਰ ਰਾਏ। ਹੁਣ ਉਹ ਜਦੋਂ ਉਹ ਪੜੀ ਜਾਂਦੀ ਹੈ, ਚਲੋ ਜੀ ਹੁਣ ਭੋਗ ਲਾਓ, ਇਹੀ ਸਾਡੇ 'ਚ ਕਿਹਾ ਜਾਂਦਾ, ਇਹੀ ਕੀਤਾ ਜਾਂਦਾ। ਪਰ ਕਦੀ ਅਸੀਂ ਉਸ ਪੰਕਤੀ ਨੂੰ ਪੂਰਾ ਨਹੀਂ ਪੜਿਆ। ਉਸ ਪੰਕਤੀ ਦਾ ਪੂਰੀ ਅਗਰ ਪਿੱਛੋਂ ਪੜ ਕੇ ਆਈਏ ਤਾਂ ਉੱਥੇ ਕਿਹਾ ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬੋ ਪ੍ਰਿੰਜਨ ਮਿਸਤਾਏ, ਕਰੀ ਪਾਕਸ਼ਾਲ ਸੋਚ ਪਵਿੱਤਰਾ ਹੁਣ ਲਾਓ ਭੋਗ ਹਰ ਰਾਏ। ਇਹਦਾ ਪੂਰੀ ਜਦੋਂ ਪੰਕਤੀ ਅਸੀਂ ਪੜ੍ਹਦੇ ਹਾਂ ਜਾਂ ਪੂਰਾ ਸ਼ਬਦ ਪੜ੍ਹਦੇ ਹਾਂ ਤੇ ਉਹਦੇ ਵਿੱਚ ਗੱਲ ਇਹ ਕੀਤੀ ਗਈ ਹੈ ਕਿ ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿਅੰਜਨ ਮਿਸਟਾਏ, ਕਈ ਤਰ੍ਹਾਂ ਦੇ ਜਿਹੜੇ ਭੋਗ ਜਿਹੜੇ ਆ ਭੋਜਨ ਬਣਾਏ ਗਏ। ਕਰੀ ਪਾਕਸ਼ਾਲ ਸੋਚ ਪਵਿੱਤਰਾ, ਸੋਚ ਨੂੰ ਪਵਿੱਤਰ ਕਰਨਾ ਸੀ, ਪਵਿੱਤਰ ਸੋਚ ਹੋਈ, ਸੋਚ ਪਵਿੱਤਰ ਦੇ ਵਿੱਚ ਹੁਣ ਲਾਵੋ ਭੋਗ, ਮੇਰੀ ਸੋਚ ਨੂੰ ਪਵਿੱਤਰ ਕਰਕੇ ਮੈਂ ਹੁਣ ਆਪਣਾ ਸੋਚ, ਪਵਿੱਤਰ ਸੋਚ ਦਾ ਜਿਹੜਾ ਥਾਲ ਹੈ ਉਹ ਤੁਹਾਡੇ ਅੱਗੇ ਪੇਸ਼ ਕੀਤਾ। ਉਹ ਇੱਕ ਪ੍ਰਤੀਕ ਹੈ ਤੇ ਅਸੀਂ ਕਿਹੜਾ ਭੋਗ ਲਾਣੇ ਸ਼ੁਰੂ ਕਰ ਦੇਣਾ, ਇਹ ਅਸੀਂ ਵਿਚਾਰਨਾ। ਇਸ ਤੋਂ ਇਲਾਵਾ ਅਖੰਡ ਪਾਠ ਦੇ ਚਲਦੇ ਹੋਏ ਉਹ ਜਿਹੜੀ ਸਾਰੀਆਂ ਜਿਹੜੇ ਸਮੱਗਰੀਆਂ ਅਸੀਂ, ਭਾਵੇਂ ਉਹ ਘੜਾ, ਨਾਰੀਅਲ, ਬੜਾ ਕੁਝ ਕੀਤਾ ਜਾਂਦਾ, ਧੂਫ, ਅਗਰਬੱਤੀ, ਬੜਾ ਕੁਝ ਹੋਰ ਲਾਇਆ ਜਾਂਦਾ, ਦੁੱਧ, ਪਤਾ ਨਹੀਂ ਕੀ ਕੀ ਕੀਤਾ ਜਾਂਦਾ। ਲੇਕਿਨ ਗੁਰਬਾਣੀ ਦਾ ਸਪਸ਼ਟ ਜਿਹੜਾ ਫਰਮਾਨ ਹੈਗਾ, ਦੂਤ ਤਾਂ ਬਛੜੇ ਥਨੇ ਬਟਾਰਿਓ, ਉਹਦੇ ਵਿੱਚ ਫੂਲ ਭਵਰ ਜਲ ਮੀਨ ਬਿਗਾਰਿਓ। ਭਗਤ ਰਵਿਦਾਸ ਜੀ ਦਾ ਬੜਾ ਕਮਾਲ ਦਾ ਸ਼ਬਦ ਹੈ, ਬੜਾ ਸਪਸ਼ਟ ਉਪਦੇਸ਼ ਹੈ ਉਹਨਾਂ ਦਾ। ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ। ਮੈਂ ਤੇਰੀ ਪੂਜਾ ਕਿਸ ਤਰ੍ਹਾਂ ਕਰਾਂ, ਅਵਰ ਨਾ ਫੂਲ ਅਨੂਪ ਨਾ ਪਾਵੋ, ਤੇ ਕੋਈ ਫੁੱਲ ਹੀ ਨਹੀਂ ਹੈਗਾ ਤੈਨੂੰ ਚੜਾਉਣ ਵਾਸਤੇ। ਉਹ ਕਹਿੰਦੇ ਨੇ ਸੁੱਚਾ ਦੁੱਧ ਸੁੱਚਾ ਆਂਦਾ, ਉਹ ਕਹਿੰਦੇ ਦੁੱਧ ਤਾਂ ਬਛੜੇ ਥਨੋਂ ਬਿਟਾਰਿਓ, ਦੁੱਧ ਤਾਂ ਬਛੜੇ ਨੇ ਝੂਠਾ ਕੀਤਾ ਹੈ। ਫੂਲ ਭਵਰ, ਫੁੱਲ ਨੂੰ ਭਵਰ ਨੇ ਝੂਠਾ ਕਰਤਾ। ਜਲ ਮੀਨ ਬਿਗਾਰਿਓ, ਜਲ ਜਿਹੜਾ ਕਹਿੰਦੇ ਬੜਾ ਸੁੱਚਾ ਹੁੰਦਾ, ਜਿਹੜਾ ਪਵਿੱਤਰ ਹੁੰਦਾ। ਜਲ ਤੇ ਮੱਛੀ ਨੇ ਗੰਦਾ ਕੀਤਾ ਹੁੰਦਾ, ਪਹਿਲੇ ਮੱਛੀ ਉਹਦੇ ਵਿੱਚ ਹੀ ਹੁੰਦੀ ਹੈ, ਮਲ ਮੂਤਰ ਸਾਰਾ ਮੱਛੀ ਦਾ ਵਿੱਚ ਹੀ ਹੁੰਦਾ। ਜਲ ਪਵਿੱਤਰ ਕਿਸ ਤਰ੍ਹਾਂ ਹੋ ਗਿਆ, ਸੁੱਚਾ ਕਿਸ ਤਰ੍ਹਾਂ ਹੋ ਗਿਆ। ਫਿਰ ਮਲਿਆਗਰ ਭੇੜੇ ਹੈ ਭੁਜੰਗਾ, ਬਿਕ ਅੰਮ੍ਰਿਤ ਬਸੇ ਇੱਕ ਸੰਗਾ। ਮਲਿਆਗਰ ਭੇੜੇ ਹੈ ਭੁਜੰਗਾ, ਉਹ ਕਹਿੰਦੇ ਨੇ ਚੰਦਨ ਦੀ ਲੱਕੜ ਕਹਿੰਦੇ ਨੇ ਬੜੀ ਪਵਿੱਤਰ ਹੁੰਦੀ ਹੈ, ਕਹਿੰਦੇ ਉਹਨੂੰ ਵੀ ਸੱਪ ਲਿਪਟੇ ਹੁੰਦੇ ਨੇ। ਧੂਪ ਦੀਪ ਨਹੀਂ ਬੇਦੇ ਬਾਸਾ, ਕੈਸੇ ਪੂਜ ਕਰੇ ਤੇਰੀ ਦਾਸਾ। ਫਿਰ ਆਪਣਾ ਜਿਹੜਾ ਓਪੀਨੀਅਨ ਉਹ ਦਿੰਦੇ ਨੇ, ਕਹਿੰਦੇ ਨੇ ਮਨ ਤਨ ਅਰਪੋ ਪੂਜ ਚੜਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਕਹਿੰਦੇ ਮਨ ਤਾਂ ਜੇ ਕਿਸੇ ਉਸਦੇ ਅੱਗੇ ਕੁਝ ਅਰਪਣਾ ਹੈ ਨਾ, ਤੇ ਮਨ ਤਨ ਅਰਪੋ, ਮਨ ਤੇ ਤਨ ਨੂੰ ਅਰਪੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਪਰ ਦੀ ਜਿਹੜੀ ਲਿਸਟ ਬਣਾਈ ਹੈ ਨਾ, ਕਹਿੰਦੇ ਇਹਦੇ ਨਾਲ ਕੱਖ ਨਹੀਂ ਹੋਣਾ, ਕੁਛ ਵੀ ਨਹੀਂ ਹੁੰਦਾ। ਲੇਕਿਨ ਇਹ ਸਾਰਾ ਕੁਝ ਅਸੀਂ ਬਾਣੀ ਪੜ੍ਹਦੇ ਹੋਏ, ਇਹ ਸਾਰੇ ਸ਼ਬਦ ਗੁਰਬਾਣੀ ਦੇ ਵਿੱਚ ਆਉਂਦੇ ਨੇ।
ਅਖੰਡ ਪਾਠ ਕਰਦੇ ਹੋਏ ਵੀ, ਲੇਕਿਨ ਅਸੀਂ ਉਹਨੂੰ ਪੜ੍ਹ ਜਾਂਦੇ ਹਾਂ ਸਭ ਕੁਝ ਨਾਲ ਦੇ ਨਾਲ ਹੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਸਾਨੂੰ ਸਮਝਣੀਆਂ ਚਾਹੀਦੀਆਂ। ਇੱਕ ਜਗ੍ਹਾ ਗੁਰਬਾਣੀ 'ਚ ਕਹਿੰਦੇ ਨੇ ਮੂਰਖ ਅੰਧੇ ਤੈ ਗੁਣ ਸੇਵੈ ਮਾਇਆ ਕੇ ਬਿਵਹਾਰੀ। मूर्ख अंधे त्रै गुण सेवै माया के व्यवहारी अंदर कपट उधर भरण के ताई पाठ पढ़े गावारी। अब पूरा शब्द साडे सामने आ गया, पूरा शब्द पढ़ लिए कि पढ़ पढ़ पंडित मोनी थकै दसंदर पव थके भेख तारी दूजे पाए नाव कदे ना पायन दुख लागा अपारी। मूर्ख अंधे त्रै गुण सेवै माया के बिवहारी अंदर कपट उधर भरण के ताई पाठ पढ़े गावारी। देखो सारा शब्द जिहड़ा है अखंड पाठ करते करते भी साडे सामने आंदा, पर सानू उस टाइम सुनन दी इन्नी वेल ही नहीं होंदी, क्योंकि असीं ते नाल दे कमरे च बैठे कुछ होर ही चर्चा चल रही होंदी है। जे आंदा भी है सानू ते सुनाई भी नहीं दिंदा है। कदी एक बारी किसी ने बहुत सोहनी कविता लिखी हुई है, किसी सामने आए तो जरूर पढ़ना। बाबा जी ने कल्ले, बड़ी कमाल दी कविता किसी ने लिखी है, किसी को होए तो जरूर पढ़ के सुनाना कि जे अज मेरे को नहीं हैगी, जे इस तो बाद किसी को होए तो जरूर पढ़े। तो बड़ी कमाल दी जिहड़ी है कविता किसी ने लिखी हुई है। सो ये सारियां गल्लां जिहड़ियां ना असी कर रहे हैं। एक गल मैं तुहाडे जिक्र होर कर दियां कि हुण इहदा हल की है, सोल्यूशन की है। अखंड पाठ असी करवाना है या नहीं कराना, करना या नहीं करना, असी गुरबाणी के आधार ते थोड़ी बहुत विचार असी सी अज टाइम साडा हो गया असी कीती है। एक मैं होर जिक्र तुहाडे सामने कर दियां कि एक मैनूं फोन आया सी पंजाब तो, किसी भाई साहब का पाठी सी अभी किसी गुरुद्वारे दे विच। वो कहंदे जी मैनू कोई किसी जगह ते तुसी तुहाडा होए किते अब्रॉड किते तुहाडा होए बाहर किसी कंट्री दे विच, मैनू किते लवा दिओ, मेरी हालत बड़ी माड़ी है, साडा जी कई 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 बार उन्हां दा 2-3 बारी कॉल आई। मैं कहा जी मैनू मेरी ते इन्नी नहीं हैगी गलबात, ते कहंदे मेरा गुरुद्वारा छोटा जिहा ते मेरी तनख्वाह नहीं पूरी होंदी, अज बच्चों की दो बच्चे सी शायद उन्होंने, ते स्कूल की फीस है जी, कई चीज़ां उन्होंने घर के जिहड़े रिस्पोंसिबिलिटीज होंदियां ही। पर मैं उस गल की गल कर रहा कि जे असी समझते हैं कि गुरु पाठी साहिबां नूं असीं यह नहीं कह सकते कि असीं अखंड पाठ करवावांगे, नहीं करवावांगे तो उन्हां दा की बनेगा। सवाल तो आंदा ही है ना, इन्ने सारी जिहड़ी उन्हां दी गिनती हैगी है वो कित्थे जाणगे ते किस तरह रोटी खाणगे या की करनगे। ਉਹਦੀ ਸੋਲੂਸ਼ਨ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਕਿਸ ਤਰ੍ਹਾਂ ਇਹ ਤਰੀਕਾ ਅਪਣਾ ਸਕਦੇ ਹਾਂ, ਜਾਂ ਇਹ ਇੱਕਦਮ ਨਹੀਂ ਹੋਏਗਾ। ਅਸੀਂ ਕਹੀਏ ਕਿ ਰਾਤੋਂ ਰਾਤ ਹੋ ਜਾਏ ਜਾਂ ਇੱਕ ਦਿਨ 'ਚ ਹੋ ਜਾਏ, ਤੇ ਐਸਾ ਪੋਸੀਬਲ ਨਹੀਂ ਹੈ। ਪਰ ਮੇਰੀ ਜਿਹੜੀ ਉਹਨਾਂ ਨਾਲ ਗੱਲਬਾਤ ਹੋਈ, ਮੈਂ ਉਹਨਾਂ ਨੂੰ ਇੱਕ ਗੱਲ ਕੀ, ਮੈਂ ਕਿਹਾ ਅਗਰ ਮੇਰੀ ਤੇ ਵੈਸੇ ਮੈਂ ਕਹਿ ਨਹੀਂ ਸਕਦਾ ਕਿ ਕਿਤੇ ਜੋ ਪੋਸੀਬਿਲਿਟੀ ਹੋਏਗੀ, ਅਗਰ ਕੁਝ ਹੋਇਆ ਤੇ ਮੈਂ ਤੁਹਾਨੂੰ ਜ਼ਰੂਰ ਕੋਸ਼ਿਸ਼ ਕਰ ਸਕਦਾ ਕਿਤੇ ਅੱਛੀ ਜਗ੍ਹਾ ਤੇ ਤੁਸੀਂ ਲੱਗ ਜਾਓ। ਲੇਕਿਨ ਜੇ ਮੈਂ ਲਵਾ ਵੀ ਦੇਵਾਂ ਤੁਹਾਨੂੰ, ਅਗਰ ਕਿਤੇ ਹੋ ਵੀ ਜਾਏ ਤੇ ਹੋ ਸਕਦਾ ਉਹਨਾਂ ਦੀ ਜਿਹੜਾ ਤੁਹਾਡਾ ਗੱਲਬਾਤ ਹੁੰਦੀ ਹੈ, ਕੌਂਟਰੈਕਟ ਵੀ ਹੁੰਦਾ, ਉਹ ਕਿਸੇ ਦਾ 6 ਮਹੀਨੇ ਦਾ ਹੁੰਦਾ, ਕਿਸੇ ਦਾ ਸਾਲ ਦਾ ਹੁੰਦਾ, ਕਿਸੇ ਦਾ 4 ਮਹੀਨੇ ਦਾ, ਅਲੱਗ-ਅਲੱਗ ਸਭ ਦਾ ਤਰੀਕਾ ਹੈਗਾ ਕੰਮ ਕਰਨ ਦਾ। ਤੇ ਤੁਸੀਂ 2 ਮਹੀਨੇ 4 ਮਹੀਨੇ 6 ਮਹੀਨੇ ਅਗਰ ਕਿਸੇ ਕੋਲ ਕਰ ਲੋਗੇ ਤਾਂ ਉਸ ਤੋਂ ਬਾਅਦ ਕੀ ਕਰੋਗੇ? ਫਿਰ ਇੱਥੇ ਆਓਗੇ। ਤੇ ਕਹਿੰਦੇ ਵੀਰ ਜੀ ਕੋਈ ਗੱਲ ਨਹੀਂ, ਜਿੰਨਾ ਵੀ ਟਾਈਮ ਨਿਕਲੇਗਾ ਜੋ ਵੀ ਹੋਏਗਾ ਕੁਛ ਤੇ। ਪਰ ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਤੁਸੀਂ ਸਵੇਰੇ ਸੇਵਾ ਕਰਦੇ ਹੋ ਤੁਸੀਂ ਉੱਥੇ ਗੁਰਦੁਆਰੇ, ਤੇ ਕਿੰਨੇ ਵਜੇ ਫ੍ਰੀ ਹੁੰਦੇ ਹੋ? ਕਹਿੰਦੇ 9 ਵਜੇ मतलब 8:30 समाप्ति होंदी है, 9 बजे तक पूरा असी बिल्कुल फ्री हो जाते। मैं क्या फिर उस तो बाद शाम ਨੂੰ ਹੁੰਦੀ ਤੁਹਾਡੀ ਕਿੰਨੇ ਵਜੇ? ਕਹਿੰਦੇ ਸ਼ਾਮ ਨੂੰ ਸਾਡਾ 6 ਵਜੇ ਦੇ ਸ਼ਾਇਦ ਦੱਸਿਆ ਸੀ, 6 ਵਜੇ ਉਹਨਾਂ ਦਾ ਜਿਹੜਾ ਸ਼ਾਮ ਨੂੰ ਸ਼ੁਰੂ ਹੁੰਦਾ ਤੇ ਅਸੀਂ ਜਿਹੜਾ ਹੈ 5, 5:30, ਪੌਣੇ 6 ਵਜੇ ਅਸੀਂ ਜਿਹੜਾ ਦੁਬਾਰਾ ਉੱਥੇ ਆ ਜਾਂਦੇ ਹਾਂ। ਤੇ ਮੈਂ ਕਿਹਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ 5:30 ਵਜੇ ਤੱਕ ਤੁਸੀਂ ਕੀ ਕਰਦੇ ਹੋ?
ਤੇ ਕਹਿੰਦੇ ਕੁਝ ਨਹੀਂ ਵੀਰ ਜੀ, ਬਸ ਘਰ ਹੀ ਰਹਿੰਦੇ ਆ। ਬਸ ਇਹ ਚੀਜ਼ ਜਿਹੜੀ ਹੈ ਨਾ, ਇਹ ਅਸੀਂ ਨਹੀਂ ਸਮਝੀ ਅੱਜ ਤੱਕ ਕਿ ਇਹ ਜਿਹੜੇ ਪਾਠੀ ਸੇਵਾਦਾਰ ਨੇ ਇਹ ਕਿਉਂ ਨਹੀਂ ਇਸ ਤਰ੍ਹਾਂ ਦੀ ਮੁਹਿੰਮ ਕੋਈ ਛੇੜਦੇ, ਜਾਂ ਅਸੀਂ ਉਹਨਾਂ ਵਾਸਤੇ ਐਸਾ ਕੁਝ ਨਹੀਂ ਕਰ ਸਕਦੇ ਕਿ ਜਿਹੜੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਇਹ ਜੋ ਫ੍ਰੀ ਨੇ, ਇਹਨਾਂ ਵਿੱਚ ਇਹ ਕਿਉਂ ਐਫਰਟ ਨਹੀਂ ਕਰ ਸਕਦੇ ਕਿ ਕੋਈ ਇਹ ਆਪਣਾ ਕੋਈ ਬਿਜ਼ਨਸ ਕਰ ਸਕਣ। ਅਗਰ ਉਹ ਠੀਕ ਹੈ ਪੜ੍ਹੇ ਲਿਖੇ ਨਹੀਂ ਹੈਗੇ ਤੇ ਬਹੁਤ ਸਾਰੇ ਐਸੇ ਕੰਮ ਹੁੰਦੇ ਨੇ ਜਿਹੜੇ ਕਿ ਪੜ੍ਹਾਈ ਤੋਂ ਬਗੈਰ ਵੀ ਹੁੰਦੇ ਨੇ। ਮੈਂ ਉਹਨਾਂ ਨੂੰ ਕਿਹਾ ਤੁਸੀਂ ਪਿੰਡ, ਤੁਹਾਡੇ ਕੋਈ ਪਿੰਡ ਹੈਗਾ, ਤੁਸੀਂ ਉੱਥੇ ਕੋਈ ਸਕੂਟਰ ਰਿਪੇਅਰਿੰਗ ਦਾ ਕੰਮ ਸਿੱਖ ਲਓ। ਸਾਈਕਲਾਂ ਦਾ ਪਿੰਡਾਂ ਦੇ ਵਿੱਚ ਸਾਈਕਲਾਂ ਬਹੁਤ ਚਲਦੀ, ਤੁਹਾਨੂੰ ਤੁਸੀਂ ਸਾਈਕਲ ਰਿਪੇਅਰਿੰਗ, ਸਕੂਟਰ ਰਿਪੇਅਰਿੰਗ, ਪੈਂਚਰ, ਕਈ ਚੀਜ਼ਾਂ ਹੈਗੀਆਂ। ਤੁਸੀਂ ਗੁਰਦੁਆਰੇ ਦੇ ਨਾਲ ਅਗਰ ਤੁਸੀਂ ਗੱਲਬਾਤ ਕਰੋ, ਹੋ ਸਕਦਾ ਕੋਈ ਪ੍ਰਧਾਨ ਸਾਹਿਬ ਜਾਂ ਸਕੱਤਰ ਸਾਹਿਬ ਕੋਈ ਇੰਨੀ ਸ਼ਾਇਦ ਕੋਈ ਤੁਹਾਡੀ ਮਤਲਬ ਮਦਦ ਵੀ ਕਰ ਦੇਣ ਕਿ ਤੁਹਾਨੂੰ ਥੋੜੀ ਬਹੁਤ ਜਗ੍ਹਾ ਵੀ ਦੇ ਦੇਣ, ਅੰਦਰ ਹੀ ਤੁਹਾਨੂੰ ਕੰਮ ਕਰਨ ਦੀ ਇਜਾਜ਼ਤ ਦੇ ਦੇਣ, ਜੇ ਤੁਹਾਡੇ ਸੰਬੰਧ ਉਹਨਾਂ ਨਾਲ ਅੱਛੇ ਨੇ। ਜੇ ਨਹੀਂ, ਜੇ ਤੁਸੀਂ ਆਸ-ਪਾਸ ਥੋੜੀ ਬਹੁਤ, ਅਗਰ ਤੁਸੀਂ 9 ਵਜੇ ਫ੍ਰੀ ਹੋ ਜਾਂਦੇ ਤਾਂ 9 ਵਜੇ ਤੋਂ ਲੈ ਕੇ ਥੋੜਾ ਬਹੁਤਾ 3, 4, 5 ਘੰਟੇ ਤੁਸੀਂ ਲਗਾ ਸਕਦੇ ਹੋ। ਜੇ ਤੁਹਾਡੀ ਸਿੰਗੜੀ ਤੁਹਾਡੇ ਨਾਲ ਹੈ, ਤੁਸੀਂ ਦੋਨੋਂ ਮਿਲ ਕੇ ਕੋਈ ਕੱਪੜੇ ਸੀਣ ਦਾ ਕੰਮ ਕਰ ਲਓ ਘਰ। ਤੁਸੀਂ ਤੁਹਾਡੀ ਉਹ ਵਾਈਫ ਹੋਏਗੀ ਤੁਹਾਡੇ ਨਾਲ, ਉਹਨਾਂ ਦੇ ਨਾਲ ਕੋਈ ਕੱਪੜੇ ਸੂਟ ਸੀਣ ਦਾ ਪਿੰਡਾਂ ਦੇ ਵਿੱਚ ਹੁੰਦਾ ਹੈ, ਜਾਂ ਹੋਰ ਵੀ ਕਿਤੇ ਇਹੋ ਜਿਹੇ ਕੰਮ ਤੁਸੀਂ ਕਿਉਂ ਨਹੀਂ ਕਰ ਲੈਂਦੇ? ਉਹ ਕੀ ਕਰਦੇ ਨੇ? ਕਹਿੰਦੇ ਉਹ ਵੀ ਕੁਝ ਨਹੀਂ ਕਰਦੀ, ਬਸ ਉਹ ਘਰ ਹੀ ਰਹਿੰਦੀ, ਬੱਚਿਆਂ ਨੂੰ ਸੰਭਾਲਦੀ। ਔਰ ਇਸ ਤਰ੍ਹਾਂ ਦੇ ਅਸੀਂ ਕਿਤਨੇ ਹੀ ਕੰਮ, ਮੈਂ ਕਿਹਾ ਹੁਣ ਮੈਨੂੰ ਨਹੀਂ ਪਤਾ ਤੁਹਾਡੇ 'ਚ ਹੁਨਰ ਕੀ ਹੈਗਾ, ਤੁਸੀਂ ਤੁਹਾਡਾ ਇੰਟਰਸਟ ਕੀ ਹੈਗਾ, ਮੈਂ ਤੇ ਤੁਹਾਨੂੰ ਸਿਰਫ ਐਗਜ਼ਾਮਪਲ, ਮੈਂ ਉਹਨਾਂ ਨੂੰ ਕਈ ਇਸ ਤਰ੍ਹਾਂ ਦੇ ਐਗਜ਼ਾਮਪਲ ਦਿੱਤੇ। ਮੈਂ ਕਿਹਾ ਇਹ ਵੀ ਹੋ ਸਕਦਾ, ਇਹ ਵੀ ਹੋ ਸਕਦਾ, ਇਹ ਪੋਸੀਬਿਲਿਟੀਜ਼ ਤੁਹਾਡੀਆਂ ਹੋ ਸਕਦੀਆਂ ਕਿ ਤੁਸੀਂ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਦੇ ਕੰਮ ਜਿਹੜਾ ਟਾਈਮ ਨੂੰ ਯੂਟਿਲਾਈਜ਼ ਕਰੋ। ਜੇ ਤੁਸੀਂ ਉਹਨੂੰ ਕੰਮ ਨੂੰ ਯੂਟਿਲਾਈਜ਼ ਕੀਤਾ, ਹੋ ਸਕਦਾ ਤੁਹਾਡਾ ਜਿਹੜਾ ਕੰਮ ਹੈਗਾ, ਤੁਹਾਡੇ ਕੰਮ ਦੀ ਇੰਨੀ ਮਹਾਰਤ ਹੋ ਜਾਏ, ਤੁਹਾਨੂੰ ਇੰਨਾ ਹੁਨਰ ਮਿਲ ਜਾਏ, ਤੁਸੀਂ ਇਹ ਪਾਠੀ ਵਾਲੇ ਕੰਮ ਹੀ ਛੱਡ ਦਿਓ। ਤੁਹਾਨੂੰ ਕੋਈ ਕਹੇ ਨਾ ਅੱਜ ਸਾਡੀ ਡਿਊਟੀ ਹੈਗੀ, ਸਾਡੇ ਕੋਲ ਆਓ, ਤੁਸੀਂ ਕਹੋਗੇ ਬੰਨੀ ਚਾਹੀਦੀ। ਮੇਰਾ ਇਹ ਕੰਮ ਦੇ ਵਿੱਚੋਂ ਮੈਨੂੰ ਇੰਨੀ ਪ੍ਰਾਪਤੀ ਹੋ ਰਹੀ ਹੈ, ਇੰਨੀ ਇਨਕਮ ਹੋ ਰਹੀ ਹੈ, ਮੈਂ ਸਵੇਰ ਤੋਂ ਲੈ ਕੇ ਸ਼ਾਮੀ 5-6 ਵਜੇ ਤੱਕ ਇਹ ਡਿਊਟੀ ਕਰ ਰਿਹਾ, ਮੇਰੇ ਕੋਲ ਹੋਰ ਟਾਈਮ ਨਹੀਂ ਹੈਗਾ, ਮੈਂ ਇਹੀ ਕੰਮ ਦੇ ਵਿੱਚ ਮੈਨੂੰ ਸੈਟੀਸਫੈਕਸ਼ਨ ਹੈਗੀ। ਮੈਂ ਆਪਣੇ ਬੱਚੇ ਚੰਗੇ ਪਾਲ ਰਿਹਾ, ਮੇਰੇ ਅੱਗੇ ਬੱਚੇ ਦੀ ਉਹ ਫਿਊਚਰ ਬਣ ਰਿਹਾ। ਮੈਂ ਕਿਹਾ ਤੁਸੀਂ ਆਪਣੇ ਬੱਚੇ ਨੂੰ ਪਾਓਗੇ ਕਦੀ ਇਸ ਕੰਮ ਦੇ ਵਿੱਚ, ਪਾਠੀ ਵਾਲੇ ਕੰਮ? ਕਹਿੰਦੇ ਨਹੀਂ, ਮੈਂ ਤੇ ਨਹੀਂ ਪਾਵਾਂਗਾ ਜੀ। ਮੈਂ ਕਿਹਾ ਫਿਰ ਜਿਸ ਕੰਮ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਪਾਉਣਾ ਚਾਹੁੰਦੇ, ਤੁਸੀਂ ਫਿਰ ਉਸ ਕੰਮ ਦੇ ਵਿੱਚ ਤੁਸੀਂ ਆਪ ਕਿਉਂ ਤਰੱਕੀ ਲੱਭਦੇ, ਕਿਹੜੀ ਪਾਲਦੇ ਨੇ? ਤੇ ਇਸ ਵੱਲ ਉਹਨਾਂ ਨੇ ਸੋਚਿਆ, ਗੌਰ ਕੀਤਾ, ਕਹਿੰਦਾ ਹਾਂਜੀ ਤੁਸੀਂ ਗੱਲ ਕੀਤੀ, ਮੈਂ ਸੋਚਾਂਗਾ ਕੀ ਕੀਤਾ ਕੀ ਨਹੀਂ ਕੀਤਾ। ਲੇਕਿਨ ਮਤਲਬ ਕਹਿੰਦਾ ਕਿ ਅਸੀਂ ਇਸ ਤਰ੍ਹਾਂ ਦੇ ਸੋਲੂਸ਼ਨ ਇਹਨਾਂ ਵਾਸਤੇ ਲੱਭ ਸਕਦੇ ਹਾਂ, ਬਜਾਏ ਅਸੀਂ ਇਹਨਾਂ ਨੂੰ ਦੋ ਅਸੀਂ ਵੀ ਬਾਕੀਆਂ ਦੀ ਤਰ੍ਹਾਂ ਨਾ ਇਹਨਾਂ ਦੇ ਘਰ ਕਦੀ ਕਿਸੇ ਨੂੰ 2 ਕਿਲੋ ਆਟਾ ਦੇ ਆਏ, 4 ਕਿਲੋ ਰਾਸ਼ਨ ਦੇ ਆਏ, ਇਹਦੇ ਨਾਲ ਨਹੀਂ ਗੱਲ ਬਣਦੀ। ਉਹ ਕਹਿੰਦੇ ਨਾ ਕਿ ਜਿਹੜਾ ਬੰਦਾ ਭੁੱਖਾ ਹੋਏ ਨਾ, ਉਹਨੂੰ ਮੱਛੀ ਉਹਨੂੰ ਜਾ ਕੇ ਤੁਸੀਂ ਦੇ ਆਓਗੇ ਨਾ, ਇੱਕ ਇੰਗਲਿਸ਼ ਦੀ ਕਹਾਵਤ ਹੈ ਕਿ ਮੱਛੀ ਨੂੰ ਦੇ ਆਓਗੇ ਨਾ, ਇੱਕ ਦਿਨ ਦੀ ਉਹ ਖਾ ਲੇਗਾ, ਲੇਕਿਨ ਉਹਨੂੰ ਤੁਸੀਂ ਇਹ ਸਿਖਾਓਗੇ ਨਾ ਕਿ ਮੱਛੀ ਫੜਨੀ ਕਿਸ ਤਰ੍ਹਾਂ ਹੈ, ਸਾਰੀ ਜ਼ਿੰਦਗੀ ਉਹਦੀ ਰੋਟੀ ਚੱਲੇਗੀ। ਅਸੀਂ ਇਹ ਸਿਖਾਣਾ ਕਿ ਇਹਨਾਂ ਨੇ ਕੰਮ ਇੱਥੋਂ ਅਸੀਂ 2 ਕਿਲੋ ਆਟਾ, 4 ਕਿਲੋ ਆਟਾ ਮਹੀਨਾ, 15 ਦਿਨ, 2 ਦਿਨ, 4 ਦਿਨ, ਕਿੰਨੇ ਦਿਨ ਦੇ ਆਵਾਂਗੇ, ਉਸ ਤੋਂ ਬਾਅਦ ਕੀ ਕਰਨਗੇ? ਤੇ ਜੇ ਅਸੀਂ ਇਹਨਾਂ ਦੇ ਕੁਝ ਐਸਾ ਇਹਨਾਂ ਕੋਈ ਕੰਮ ਕਰ ਦਈਏ, ਕੋਈ ਐਸਾ ਇਹਨਾਂ ਨੂੰ ਹੁਨਰ ਦੇ ਦਈਏ, ਕੋਈ ਅਸੀਂ ਇਹਨਾਂ ਨੂੰ ਜਗ੍ਹਾ ਦੇ ਦਈਏ, ਕੋਈ ਐਸਾ ਇਹਨਾਂ ਦੇ ਅੱਗੇ ਸੋਰਸ ਕਰ ਦਈਏ ਕਿ ਇਹਨਾਂ ਨੂੰ ਲੋੜ ਹੀ ਨਾ ਪਏ ਕਿ ਹਾਂ ਵੀ ਅਸੀਂ ਕੋਈ ਇਹ ਕੰਮ ਕਰਨਾ। ਜੇ ਇਹ ਕਰਨੋਂ ਹਟ ਜਾਣਗੇ, ਲੋਕੀ ਕਰਵਾਉਣੋਂ ਹਟ ਜਾਣਗੇ। ਅਵੇਅਰਨੈਸ ਲੋਕਾਂ 'ਚ ਆ ਜਾਏਗੀ ਕਿ ਅਸੀਂ ਇਹ ਕਰ ਕੀ ਰਹੇ ਹਾਂ। ਜੇ ਲੋਕਾਂ ਦੇ 'ਚ ਅਵੇਅਰਨੈਸ ਆਏ ਕਿ ਅਸੀਂ ਗੁਰਮਤ ਕੀ ਹੈ, ਔਰ ਇਹਨਾਂ ਦੇ 'ਚ ਅਵੇਅਰਨੈਸ ਆਏ ਕਿ ਅਸੀਂ ਇਸ ਤੋਂ ਨਹੀਂ ਕਮਾਉਣਾ, ਸਾਡੇ ਕੋਲ ਹੋਰ ਵੀ ਇਨਕਮ ਸੋਰਸ ਸਾਡੇ ਕੋਲ ਹੈਗੇ ਨੇ। ਸਾਡੇ ਬਾਹਾਂ ਦੇ ਵਿੱਚ ਸਾਰੇ ਯੰਗ ਹੁੰਦੇ ਨੇ, ਬੜੀ ਯੰਗ ਏਜ ਦੇ ਵਿੱਚ ਆ ਜਾਂਦੇ ਨੇ ਪਾਠੀ ਜਾਂ ਕੀਰਤਨੀਆਂ, ਜਾਂ ਤੁਸੀਂ ਦੇਖੋਗੇ ਕਰਦੇ 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 ਬਜ਼ੁਰਗੀ ਤੱਕ ਪਹੁੰਚ ਜਾਂਦੇ ਨੇ, ਲੇਕਿਨ ਕੁਝ ਕਰ ਨਹੀਂ ਪਾਉਂਦੇ ਹੋਰ, ਕਿਉਂਕਿ ਉਹਨਾਂ ਨੂੰ ਸਾਰੀ ਜ਼ਿੰਦਗੀ ਉਹਨਾਂ ਨੂੰ ਉਮੀਦ ਇਹੀ ਬਣੀ ਰਹਿੰਦੀ। ਅਰਦਾਸਾਂ ਤੇ ਲੋਕੀ ਆਉਂਦੇ ਨੇ, ਕੋਈ 10 ਰੁਪਏ 20 ਰੁਪਏ ਹੱਥ 'ਚ ਫੜਾ ਜਾਂਦਾ, ਉਹਨੇ 'ਚ ਹੀ ਉਹ ਬਸ ਬੈਠੇ ਰਹਿੰਦੇ, ਤਸੱਲੀ ਰੱਖਦੇ ਨੇ। ਅਸੀਂ ਬਦਲੀਏ ਇਸ ਕੰਮ ਨੂੰ, ਇਹ ਮੁਹਿੰਮ ਸਾਨੂੰ ਛੇੜਨੀ ਪੈਣੀ ਹੈ, ਆਪਣੇ ਤੋਂ ਸ਼ੁਰੂ ਕਰਨੀ ਪੈਣੀ। ਅਸੀਂ ਕੀ ਕਰ ਸਕਦੇ ਹਾਂ ਇਹਦੇ ਵਿੱਚ? ਆਪਣੇ ਆਸੇ-ਪਾਸੇ ਦੇਖੀਏ, ਜੇ ਇਹ ਲੋਕ ਪਾਠੀ ਲੋਕ ਅਗਰ ਆਪਣੇ ਚੰਗੇ ਕੰਮ, ਚੰਗੇ ਧੰਦੇ, ਚੰਗੇ ਬਿਜ਼ਨਸ ਦੇ ਵਿੱਚ ਮਾਹਿਰ ਹੋ ਗਏ, ਭਾਵੇਂ ਹੱਥ ਦੇ ਕੰਮ, ਚਲੋ ਪੜ੍ਹੇ ਲਿਖੇ ਨਹੀਂ, ਅਗਰ ਪੜ੍ਹ ਜਾਣ ਤੇ ਬਹੁਤ ਅੱਛਾ, ਇਹਨਾਂ ਦੇ ਬੱਚੇ ਪੜ੍ਹ ਜਾਣ ਬਹੁਤ ਅੱਛਾ, ਲੇਕਿਨ ਆਪ ਨਹੀਂ ਪੜ੍ਹ ਸਕੇ ਤੇ ਕੋਈ ਨਾ ਕੋਈ ਕੰਮ ਦੇ ਵਿੱਚ ਅਗਰ ਇਹ ਮਾਹਿਰ ਹੋ ਗਏ ਤੇ ਇਹ ਚੰਗੇ ਕਮਾਈਆਂ ਕਰਨਗੇ, ਇਹ ਇਸ ਤੇ ਡਿਪੈਂਡੈਂਟ ਨਹੀਂ ਹੋਣਗੇ। ਤੇ ਜਦੋਂ ਇਹ ਸਾਡੇ ਤੇ ਡਿਪੈਂਡੈਂਟ ਨਹੀਂ ਹੋਣਗੇ, ਅਸੀਂ ਵੀ ਇਹਨਾਂ ਤੇ ਡਿਪੈਂਡੈਂਟ ਨਹੀਂ ਹੋਵਾਂਗੇ। ਫਿਰ ਜੋ ਹੈ ਅਸੀਂ ਆਪ ਪਾਠ ਆਪ ਕਰਿਆ ਕਰਾਂਗੇ। ਸਾਨੂੰ ਵੀ ਪਤਾ